ਦਿੱਲੀ ਦੇ ਵਿੱਚ ਉਪ ਰਾਜਪਾਲ ਦਾ ਮਤਲਬ ਹੀ ਹੁਣ ਸਰਕਾਰ ਹੋ ਗਿਆ। ਕਮਾਨ ਪੂਰੀ ਤਰ੍ਹਾਂ ਨਾਲ ਉਪ ਰਾਜਪਾਲ ਦੇ ਕੋਲ ਚਲੀ ਗਈ ਹੈ। ਇੱਕ ਤਰ੍ਹਾਂ ਦਾ ਰਾਜ ਹੁਣ ਜੇ ਕਹੀਏ ਸਰਕਾਰ ਆ ਉਹ ਐਲਜੀ ਹੋਣਗੇ। ਇੱਕ ਮਿਊਨਿਸਪੈਲਿਟੀ ਕਹਿ ਦਈਏ ਜਿਵੇਂ ਆਪਾਂ ਮਿਊਨਿਸਪਲ ਕੌਂਸਲ ਹੁੰਦੀ ਹੈ ਉਸ ਤਰ੍ਹਾਂ ਦੀ ਹਾਲਤ ਕਰ ਦਿੱਤੀ ਹੈ ਕੇਜਰੀਵਾਲ ਸਰਕਾਰ ਨੇ। ਸੈਂਟਰ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹਮਲਾ ਕਰਦਾ ਆਇਆ ਹੈਗਾ ਤੇ ਉਹਦੇ ਚੋਂ ਰਾਜ ਉਹਦੇ ਤੇ ਰਿਐਕਟ ਵੀ ਕਰਦੇ ਰਹੇ ਨੇ। ਤੇ ਕੇਜਰੀਵਾਲ ਦੀ ਸਰਕਾਰ ਦਾ ਤਾਂ ਅਧਿਕਾਰਾਂ ਦੀ ਗੱਲ ਕਰੋ ਪੂਰੀ ਦੀ ਪੂਰੀ ਗੱਲ ਹੀ ਖਤਮ ਕਰਤੀ। ਹੁਣ ਜੋ ਕਸ਼ਮੀਰ ਨਾਲ ਹੋਇਆ ਉਹੀ ਕੇਜਰੀਵਾਲ ਦੇ ਨਾਲ ਹੋਇਆ। ਜਿਹੜਾ ਬੇਸਿਕ ਹੱਕ ਆ ਕਿਸੇ ਸਟੇਟ ਦਾ ਬੁਨਿਆਦੀ ਹੱਕ ਆ ਉਹਦੇ ਤੇ ਜਦੋਂ ਹਮਲਾ ਹੁੰਦਾ, ਅਗਰ ਅਰਵਿੰਦ ਕੇਜਰੀਵਾਲ ਨੇ ਬੋਲਿਆ ਹੁੰਦਾ ਸ਼ਾਇਦ ਅੱਜ ਕਿਤੇ ਨਾ ਕਿਤੋਂ ਹੋਰ ਵੀ ਹਾਂ ਦੇ ਨਾਅਰੇ ਵੱਜਦੇ। ਕੇਜਰੀਵਾਲ ਲਈ ਉਹ ਹਾਂ ਦੇ ਨਾਅਰੇ ਨਹੀਂ ਵੱਜੇ ਜਿਹੜੇ ਵੱਜਣੇ ਚਾਹੀਦੇ ਸੀ। ਬੀਜੇਪੀ ਨੂੰ ਹਮੇਸ਼ਾ ਰੜਕਦੇ ਰਹੇ ਅਰਵਿੰਦ ਕੇਜਰੀਵਾਲ ਦਿੱਲੀ 'ਚ ਬਹਿ ਕੇ, ਜਿੱਥੇ ਰਾਜਧਾਨੀ ਹੋਵੇ, ਰਾਜਧਾਨੀ ਦੇ ਅੰਦਰ ਦੇਸ਼ 'ਚ ਸਰਕਾਰ ਤੁਹਾਡੀ ਹੋਵੇ ਤੇ ਰਾਜਧਾਨੀ ਤੁਹਾਡੀ ਸਰਕਾਰ ਨਾ ਬਣੇ, ਇੱਕ ਵਾਰ ਨਾ ਬਣੇ, ਤੁਸੀਂ ਜ਼ੋਰ ਲਾਓ ਦੂਜੀ ਵਾਰ ਨਾ ਬਣੇ, ਤਾਂ ਉਹਦੇ 'ਚ ਉਹ ਗੁੱਸਾ ਤਾਂ ਹੈਗਾ ਹੀ ਆ ਵੀ ਸੈਂਟਰ ਉਹ ਸਾਰੀ ਪਾਵਰ ਨੂੰ ਖੁਦ ਲੈਣਾ ਚਾਹੁੰਦਾ। ਯਾਨੀ ਅਸੀਂ ਸਾਰਾ ਕੁਝ ਕਰੀਏ, ਰਾਜ ਸਾਡੇ ਮੁਤਾਬਕ ਚੱਲਣਾ, ਪੂਰਾ ਦੇਸ਼ ਸਾਡੇ ਮੁਤਾਬਕ ਚੱਲੇ। ਕਾਨੂੰਨ ਮੁਤਾਬਕ ਨਹੀਂ ਬਣਦਾ ਸੀਗਾ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਸਰਕਾਰ ਤੋਂ ਇਹ ਹੱਕ ਖੋਏ ਗਏ ਨੇ, ਜਿਸ ਤਰੀਕੇ ਨਾਲ ਉਹਨੂੰ ਇੱਕ ਮਿਊਨਿਸਪੈਲਿਟੀ 'ਚ ਤਬਦੀਲ ਕੀਤਾ ਗਿਆ, ਇਹ ਸੰਵਿਧਾਨਕ ਤੌਰ ਦੇ ਉੱਤੇ ਠੀਕ ਨਹੀਂ ਹੈਗਾ। ਜਦੋਂ ਇਹ ਲਾਗੂ ਕੀਤਾ ਗਿਆ, ਉਪ ਰਾਜਪਾਲ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਨੇ, ਤਾਂ ਮੌਜੂਦਾ ਸਰਕਾਰ ਜਿਹੜੀ ਹੁੰਦੀ ਹੈ, ਜਿਹੜੀ ਦਿੱਲੀ ਦੀ ਕੇਜਰੀਵਾਲ ਸਰਕਾਰ ਸੀ, ਉਸ ਦੇ ਨਾਲ ਕੋਈ ਰਾਏ ਮਸ਼ਵਰਾ ਨਹੀਂ ਕੀਤਾ ਗਿਆ। ਬੀਜੇਪੀ ਇੱਕ ਤਾਨਾਸ਼ਾਹ ਰਵੱਈਏ ਨਾਲ ਗੱਲ ਕਰ ਰਹੀ ਹੈ। ਰੰਗ 'ਚ ਰੰਗਣਾ ਚਾਹੁੰਦੇ ਨੇ, ਉਹ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। ਰਾਸ਼ਟਰਪਤੀ ਤੇ ਰਾਜਪਾਲ ਰਬੜ ਸਟੈਂਪ ਨੇ, ਪਰ ਹੁਣ ਕੇਜਰੀਵਾਲ ਨੂੰ ਰਬੜ ਸਟੈਂਪ ਬਣਾ ਦਿੱਤਾ ਜਾਏਗਾ। ਕੇਜਰੀਵਾਲ ਰਬੜ ਸਟੈਂਪ ਬਣ ਜਾਏਗਾ। ਦਿੱਲੀ 'ਚ ਮੁੱਖ ਮੰਤਰੀ ਦੀ ਥਾਂ ਹੁਣ ਕਮਾਨ ਉਪ ਰਾਜਪਾਲ ਦੇ ਕੋਲ ਚਲੀ ਗਈ ਹੈ। ਦਿੱਲੀ ਸਰਕਾਰ ਦਾ ਮਤਲਬ ਹੁਣ ਉਪ ਰਾਜਪਾਲ ਹੀ ਹੋਵੇਗਾ। ਇਸੇ ਮੁੱਦੇ ਨੂੰ ਹੀ ਅੱਜ ਅਸੀਂ ਡੀਕੋਡ ਕਰਾਂਗੇ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ। ਇਸ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ, ਕਿਉਂ ਸਰਕਾਰ ਦਾ ਮਤਲਬ ਹੁਣ ਦਿੱਲੀ ਦੇ ਵਿੱਚ ਉਪ ਰਾਜਪਾਲ ਹੋ ਗਿਆ, ਇਸੇ ਮੁੱਦੇ ਤੇ ਹੀ ਵਿਸ਼ਲੇਸ਼ਣ ਕਰਾਂਗੇ, ਗੱਲਬਾਤ ਕਰਾਂਗੇ। ਸਾਡੇ ਨਾਲ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਨੇ, ਆਪਾਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ। ਤਾਂ ਯਾਦਵਿੰਦਰ, ਦਿੱਲੀ ਦੇ ਵਿੱਚ ਉਪ ਰਾਜਪਾਲ ਦਾ ਮਤਲਬ ਹੀ ਹੁਣ ਸਰਕਾਰ ਹੋ ਗਿਆ। ਕਮਾਨ ਪੂਰੀ ਤਰ੍ਹਾਂ ਨਾਲ ਉਪ ਰਾਜਪਾਲ ਦੇ ਕੋਲ ਚਲੀ ਗਈ ਹੈ। ਬਿਲਕੁਲ। ਵੈਸੇ ਤਾਂ ਦੇਖੋ, ਸਾਡਾ ਜਿਹੜਾ ਕਨਸਟੀਟਿਊਸ਼ਨ ਹੈਗਾ, ਸਾਡੇ ਕਨਸਟੀਟਿਊਸ਼ਨ ਦੇ ਮੁਤਾਬਕ ਸਟੇਟਾਂ ਦੇ ਇੱਕ ਆਪਣੇ ਰਾਈਟ ਨੇ, ਸੈਂਟਰ ਦੇ ਇੱਕ ਆਪਣੇ ਰਾਈਟ ਨੇ। ਔਰ ਦਿੱਲੀ 'ਚ ਕੋਈ ਅੱਜ ਦਾ ਨਹੀਂ, ਦਿੱਲੀ ਪਹਿਲਾਂ ਸਟੇਟ ਨਹੀਂ ਸੀ, ਫਿਰ ਸਟੇਟ ਬਣਦੀ ਹੈ। ਜਦੋਂ ਸਟੇਟ ਬਣਦੀ ਹੈ ਤਾਂ ਠੀਕ ਆ, ਉਹਦੇ ਕੁਛ ਅਧਿਕਾਰ, ਕਿਉਂਕਿ ਰਾਜਧਾਨੀ ਹੈ, ਉੱਥੇ ਜਿਹੜੀ ਪੁਲਿਸ ਆ ਗਈ ਉਹ ਸੈਂਟਰ ਦੇ ਅੰਡਰ ਸੀ। ਪਰ ਜਿਸ ਤਰੀਕੇ ਨਾਲ ਟਕਰਾ ਰਿਹਾ ਪਿਛਲੇ ਦੌਰ ਦੇ ਅੰਦਰ ਮੋਦੀ ਵਰਸਸ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਵਰਸਸ ਬੀਜੇਪੀ ਇੱਕ ਨਵੀਂ ਫੋਰਸ ਦੇ ਰੂਪ 'ਚ ਉੱਭਰੀ ਆ, ਤਾਂ ਲਗਾਤਾਰ ਇੱਕ ਵਿਰੋਧ ਮੋਦੀ ਸਰਕਾਰ ਵੱਲੋਂ ਲਗਾਤਾਰ ਰਿਹਾ। ਸਮੇਂ-ਸਮੇਂ ਦੇ ਉੱਤੇ ਉਹਨਾਂ ਨੂੰ ਪਹਿਲਾਂ ਐਲਜੀ ਦੇ ਨਾਲ ਬਹੁਤ ਸਾਰੇ ਪੰਗੇ, ਤੁਹਾਨੂੰ ਪਤਾ ਹੈ ਦਿੱਲੀ ਦੇ ਐਲਜੀ ਨਾਲ ਬਹੁਤ ਪੰਗੇ ਰਹਿੰਦੇ ਰਹੇ। ਕੇਜਰੀਵਾਲ ਨੇ ਧਰਨਾ ਤੱਕ ਲਾਤਾ ਸੀਗਾ, ਸੀਐਮ ਹੁੰਦਿਆਂ ਹੋਇਆਂ, ਮੁੱਖ ਮੰਤਰੀ ਹੁੰਦਿਆਂ ਹੋਇਆਂ ਧਰਨਾ ਲਾਤਾ ਸੀਗਾ। ਅਤੇ ਇਸ ਕਰਕੇ ਇੱਕ ਤਰ੍ਹਾਂ ਦਾ ਰਾਜ ਹੁਣ ਜੇ ਕਹੀਏ ਸਰਕਾਰ ਆ ਉਹ ਐਲਜੀ ਹੋਣਗੇ। ਇੱਕ ਮਿਊਨਿਸਪੈਲਿਟੀ ਕਹਿ ਦਈਏ ਜਿਵੇਂ ਆਪਾਂ ਮਿਊਨਿਸਪਲ ਕੌਂਸਲ ਹੁੰਦੀ ਹੈ ਉਸ ਤਰ੍ਹਾਂ ਦੀ ਹਾਲਤ ਕਰ ਦਿੱਤੀ ਹੈ ਕੇਜਰੀਵਾਲ ਸਰਕਾਰ ਦੀ। ਅਤੇ ਲਗਾਤਾਰ ਬੀਜੇਪੀ ਇਸ ਗੱਲ ਦੇ ਉੱਤੇ ਪ੍ਰਚਾਰ ਕਰਦੀ ਰਹੀ ਹੈ ਕਿ ਜੀ ਇਹ ਤਾਂ ਸਾਡਾ ਰਾਈਟ ਆ। ਪਰ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਕੌਨਸਟੀਟਿਊਸ਼ਨ ਕੀ ਕਹਿੰਦਾ ਇਸ ਦੇਸ਼ ਦਾ, ਇਸ ਦੇਸ਼ ਦੇ ਅੰਦਰ ਇਸ ਦੇਸ਼ ਨੂੰ ਸੰਘੀ ਢਾਂਚਾ ਕਿਹਾ ਜਾਂਦਾ, ਫੈਡਰਲ ਸਟਰਕਚਰ ਕਿਹਾ ਜਾਂਦਾ ਹੈਗਾ। ਔਰ ਜਦੋਂ ਪ੍ਰਧਾਨ ਮੰਤਰੀ ਮੋਦੀ ਆਉਂਦੇ ਨੇ ਤਾਂ ਉਹ ਕਹਿੰਦੇ ਨੇ ਕੋਆਪਰੇਟਿਵ ਫੈਡਰਲਿਜ਼ਮ, ਯਾਨੀ ਸਹਿਯੋਗੀ ਸੰਘਵਾਦ, ਯਾਨੀ ਕਿ ਸਹਿਯੋਗ ਦੇ ਨਾਲ ਹੋਰ ਜ਼ਿਆਦਾ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨਾ। ਪਰ ਅਸੀਂ ਦੇਖ ਕੀ ਰਹੇ ਹਾਂਗੇ ਕਿ ਜੋ ਕੁਛ ਹੋਇਆ, ਪਹਿਲੀ ਗੱਲ ਤਾਂ ਇਹ ਗਲਤ ਗੱਲ ਆ। ਜੋ ਬੀਜੇਪੀ ਦੀ ਸਰਕਾਰ ਨੇ ਕੀਤਾ ਉਹ ਠੀਕ ਨਹੀਂ ਹੈ। ਮੋਦੀ ਸਰਕਾਰ ਨੇ ਜੋ ਕੀਤਾ, ਰਾਜਾਂ ਦੇ ਅਧਿਕਾਰ ਹਮੇਸ਼ਾ ਹੋਰ ਵਧਾਉਣੇ ਹੁੰਦੇ ਨੇ। ਦੁਨੀਆ ਭਰ ਦੇ ਅਗਰ ਤੁਸੀਂ ਫੈਡਰਲ ਸਟਰਕਚਰ ਦੇਖੋਗੇ, ਖਾਸ ਤੌਰ ਦੇ ਉੱਤੇ ਅਮਰੀਕਾ ਤੇ ਕੈਨੇਡਾ ਦੇ ਅੰਦਰ, ਦੋ ਮੁਲਕਾਂ ਨੂੰ ਅਗਰ ਤੁਸੀਂ ਦੇਖੋਗੇ, ਹਾਲਾਂਕਿ ਉੱਥੇ ਵੀ ਬਹੁਤ ਸਾਰੀ ਲੜਾਈ ਰਹਿੰਦੀ ਹੈ ਸਟੇਟ ਵਰਸਸ ਸੈਂਟਰ, ਪਰ ਅਸਲ 'ਚ ਉੱਥੇ ਰਾਜਾਂ ਦੇ ਕੋਲ ਉਹ ਅਧਿਕਾਰ ਨੇ। ਜਦੋਂ ਸਾਡੇ ਕੋਲ ਸੰਵਿਧਾਨ ਬਣਦਾ ਹੈਗਾ, ਸੰਵਿਧਾਨ ਬਣਨ ਤੋਂ ਬਾਅਦ ਇਹ ਗੱਲ ਤੈਅ ਹੁੰਦੀ ਹੈ ਕਿ ਕਿਹੜੇ ਅਧਿਕਾਰ ਰਾਜਾਂ ਕੋਲੇ ਹੋਣਗੇ, ਕਿਹੜੇ ਅਧਿਕਾਰ ਸੈਂਟਰ ਕੋਲੇ ਹੋਣਗੇ। ਪਰ ਲਗਾਤਾਰ ਸੈਂਟਰ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹਮਲਾ ਕਰਦਾ ਆਇਆ ਹੈਗਾ ਅਤੇ ਉਹਦੇ 'ਚੋਂ ਰਾਜ ਉਹਦੇ 'ਤੇ ਰਿਐਕਟ ਵੀ ਕਰਦੇ ਰਹੇ ਨੇ। ਅਤੇ ਕੇਜਰੀਵਾਲ ਦੀ ਸਰਕਾਰ ਦਾ ਤਾਂ ਅਧਿਕਾਰਾਂ ਦੀ ਗੱਲ ਕਰੋ ਪੂਰੀ ਦੀ ਪੂਰੀ ਗੱਲ ਹੀ ਖਤਮ ਕਰਤੀ। ਜਿਹੜਾ ਇੱਕ ਉਹਨਾਂ ਦਾ ਬਣਦੀ ਗੱਲ ਸੀ ਜੋ ਸੀ, ਕਿਉਂਕਿ ਬਹੁਤ ਸਾਰੇ ਫੈਸਲੇ ਕੇਜਰੀਵਾਲ ਨੇ ਇਹੋ ਜਿਹੇ ਲਏ ਸੀ ਜਿਹੜੇ ਬੀਜੇਪੀ ਨੂੰ ਦੁਖਦੇ ਸੀ। ਜਿਵੇਂ ਉਹਨਾਂ ਨੇ ਪਿੱਛੇ ਜੇ ਇੱਕ ਦਿੱਲੀ ਦੇ ਅੰਦਰ ਇੱਕ ਪੁਲਿਸ ਦੀ ਭਰਤੀ ਕੀਤੀ ਸੀਗੀ, ਪੁਲਿਸ ਤਾਂ ਨਹੀਂ ਸੀ ਉਹ, ਇੱਕ ਤਰ੍ਹਾਂ ਦਾ ਹੋਮਗਾਰਡ ਟਾਈਪ ਸੀ, ਉਹਨੂੰ ਲੈ ਕੇ ਬਹੁਤ ਵੱਡਾ ਇਤਰਾਜ਼ ਸੀਗਾ। ਹੋਰ ਬਹੁਤ ਸਾਰੀਆਂ ਚੀਜ਼ਾਂ ਕੇਜਰੀਵਾਲ ਨੇ ਕੁਛ ਕੀਤੀਆਂ ਸੀ ਜਿਨ੍ਹਾਂ ਦੇ ਉੱਤੇ ਲਗਾਤਾਰ ਉਹਨਾਂ ਨੂੰ ਇਤਰਾਜ਼ ਸੀ।
ਇੱਕ ਮਾਡਲ ਦੇ ਰੂਪ 'ਚ ਕੇਜਰੀਵਾਲ ਉੱਭਰ ਰਹੇ ਨੇ ਪੂਰੇ ਦੇਸ਼ ਦੇ ਅੰਦਰ। ਯਾਨੀ ਕੇਜਰੀਵਾਲ ਕੱਲ੍ਹ ਨੂੰ ਦੇਸ਼ ਦੀ ਰਾਜਨੀਤੀ ਵੱਲ ਅਗਰ ਵਧਦੇ ਆ, ਉਹਦਾ ਖਤਰਾ ਵੀ ਮੋਦੀ ਹੋਰਾਂ ਨੂੰ ਸੀ। ਸ਼ਾਇਦ ਇਸ ਕਰਕੇ ਹੀ ਇੰਨੇ ਜ਼ਿਆਦਾ ਜਿਹੜੇ ਇਹ ਅਧਿਕਾਰਾਂ ਦੇ ਉੱਤੇ ਹਮਲਾ ਕੀਤਾ ਗਿਆ। ਸਿੱਧੇ ਤੌਰ ਤੇ ਫੈਡਰਲ ਸਟਰਕਚਰ ਤੇ ਇੱਕ ਹਮਲਾ ਕੀਤਾ ਗਿਆ ਹੈ। ਬਿਲਕੁਲ ਫੈਡਰਲ ਸਟਰਕਚਰ ਤੇ ਹਮਲਾ। ਪਰ ਦੂਜੀ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਅਰਵਿੰਦ ਕੇਜਰੀਵਾਲ ਖੁਦ ਜਦੋਂ ਕਸ਼ਮੀਰ ਦੇ ਉੱਤੇ ਹਮਲਾ ਹੋ ਰਿਹਾ ਸੀ, ਧਾਰਾ 370 ਦੀ ਗੱਲ ਹੈ ਜਾਂ ਯੂਟੀ ਬਣਾਉਣ ਦੀ ਗੱਲ ਆ, ਉਹਦੇ 'ਚ ਸੰਵਿਧਾਨ ਦੇ ਮਾਹਰ ਇਹ ਕਹਿੰਦੇ ਨੇ ਕਿ ਸੰਵਿਧਾਨ ਦੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਸੰਵਿਧਾਨ ਮੁਤਾਬਕ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹ ਇਸ ਤਰੀਕੇ ਨਾਲ ਨਹੀਂ ਹੋਣੀਆਂ ਚਾਹੀਦੀਆਂ, ਪਰ ਉਹ ਕੀਤੀਆਂ ਗਈਆਂ। ਪਰਸਨਲ ਲਾ ਦੀ ਹੋਰ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਤੇ ਗੱਲ ਹੁੰਦੀ ਹੈ, ਜਿਨ੍ਹਾਂ ਤੇ ਅਰਵਿੰਦ ਕੇਜਰੀਵਾਲ ਦਾ ਸਟੈਂਡ ਬੜਾ ਹੀ ਡਬਲ ਸਟੈਂਡਰਡ ਰਿਹਾ ਹੈਗਾ। ਅਰਵਿੰਦ ਕੇਜਰੀਵਾਲ ਨੇ ਉਹ ਸਟੈਂਡ ਉਦੋਂ ਤਾਂ ਲੈ ਲਿਆ ਉਹਨਾਂ ਦੇ ਖਿਲਾਫ। ਹੁਣ ਕੇਜਰੀਵਾਲ ਦੇ ਟਵੀਟ ਕੱਢ ਕੇ ਦੇਖ ਲਓ ਚਾਹੇ ਤੁਸੀਂ ਕਸ਼ਮੀਰ ਵਾਲੇ ਮਸਲੇ ਦੇ ਉੱਤੇ। ਹੁਣ ਜੋ ਕਸ਼ਮੀਰ ਨਾਲ ਹੋਇਆ ਉਹੀ ਕੇਜਰੀਵਾਲ ਦੇ ਨਾਲ ਹੋਇਆਗਾ। ਤਾਂ ਇਹ ਗੱਲ ਉਦੋਂ ਕੇਜਰੀਵਾਲ ਨੂੰ ਸੋਚਣ ਸੀ, ਕਿਉਂਕਿ ਸਪੋਰਟਿਵ ਲੋਕ ਕਦੋਂ ਹੁੰਦੇ ਨੇ ਤੁਹਾਡੇ ਲਈ। ਹਾਲਾਂਕਿ ਰਾਜਾਂ ਦੇ ਮਾਮਲੇ 'ਚ ਤੁਸੀਂ ਦੇਖੋਗੇ ਮਮਤਾ ਬੈਨਰਜੀ ਦੀ ਵੀ ਲੜਾਈ ਚੱਲ ਰਹੀ ਸੀਗੀ, ਉद्धਵ ਠਾਕਰੇ ਦੀ ਵੀ ਸੈਂਟਰ ਨਾਲ ਬਹੁਤ ਲੜਾਈ ਚੱਲ ਰਹੀ ਹੈ, ਅਸ਼ੋਕ ਗਹਿਲੋਤ ਦੀ ਲੜਾਈ ਚੱਲ ਰਹੀ ਹੈ। ਕੈਪਟਨ ਸਰਕਾਰ ਨੇ ਵੀ ਕਿਹਾ ਕਿ ਸੀਬੀਆਈ ਇੱਥੇ ਸਾਡੇ ਤੋਂ ਬਿਨਾਂ ਪੁੱਛੇ ਨਹੀਂ ਆ ਸਕਦੀ। ਮੋਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਤਾਂ ਇੱਕ ਪਾਸੇ ਰਹਿ ਗਿਆ, ਜਿਹਦੀ ਉਹ ਗੱਲ ਕਰਦੇ ਸੀ, ਉਹ ਤਾਂ ਸਿਰਫ ਸ਼ਬਦੀ ਨਾਅਰਾ ਹੋ ਕੇ ਰਹਿ ਗਿਆ, ਸਲੋਗਨ ਬਣ ਕੇ ਰਹਿ ਗਿਆ। ਸੈਂਟਰ ਤੇ ਸਟੇਟ ਦੇ ਨਾਲ ਲੜਾਈਆਂ ਜਿਹੜੀਆਂ ਵੱਧ ਗਈਆਂ, ਸੈਂਟਰ ਤੇ ਸਟੇਟ 'ਚ ਟਕਰਾਅ ਵਧਿਆ ਹੈਗਾ ਜਿਹੜਾ ਨਹੀਂ ਵਧਣਾ ਚਾਹੀਦਾ ਹੈਗਾ। ਤੇ ਉਹਦੇ 'ਚੋਂ ਜਦੋਂ ਤੁਸੀਂ ਦੇਖਦੇ ਹੋਗੇ ਲਗਾਤਾਰ ਉਹ ਸਹਿਯੋਗ ਤੁਹਾਨੂੰ ਮਿਲਣਾ ਹੁੰਦਾ ਜੇ ਤੁਸੀਂ ਉਹਨਾਂ ਤੇ ਗੱਲ ਕਰਦੇ ਹੋ। ਪਰ ਅਰਵਿੰਦ ਕੇਜਰੀਵਾਲ ਹਮੇਸ਼ਾ ਇਹ ਗੱਲ ਤੋਂ ਬਚਦੇ ਰਹੇ ਨੇ, ਖਾਸ ਤੌਰ ਤੇ ਚਾਹੇ ਕਸ਼ਮੀਰ ਦਾ ਮਾਮਲਾ ਬੜਾ ਸੈਂਸਿਟਿਵ ਮਾਮਲਾ ਹੈਗਾ, ਦੇਸ਼ ਦੀ ਸੁਰੱਖਿਆ ਦਾ ਮਾਮਲਾ, ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜਿਆ ਹੋਇਆ। ਪਰ ਇੱਕ ਜਿਹੜਾ ਬੇਸਿਕ ਰਾਈਟ ਆ ਕਿਸੇ ਵੀ ਸਟੇਟ ਦਾ, ਜਿਹੜਾ ਬੇਸਿਕ ਹੱਕ ਆ ਕਿਸੇ ਸਟੇਟ ਦਾ, ਬੁਨਿਆਦੀ ਹੱਕ ਆ, ਉਹਦੇ ਤੇ ਜਦੋਂ ਹਮਲਾ ਹੁੰਦਾ, ਅਗਰ ਅਰਵਿੰਦ ਕੇਜਰੀਵਾਲ ਨੇ ਬੋਲਿਆ ਹੁੰਦਾ, ਸ਼ਾਇਦ ਅੱਜ ਕਿਤੇ ਨਾ ਕਿਤੋਂ ਹੋਰ ਵੀ ਹਾਂ ਦੇ ਨਾਅਰੇ ਵੱਜਦੇ। ਕੇਜਰੀਵਾਲ ਲਈ ਉਹ ਹਾਂ ਦੇ ਨਾਅਰੇ ਨਹੀਂ ਵੱਜੇ ਜਿਹੜੇ ਵੱਜਣੇ ਚਾਹੀਦੇ ਸੀ, ਕਿਉਂਕਿ ਕੇਜਰੀਵਾਲ ਦੀ ਬਹੁਤ ਸਾਰੇ ਮਾਮਲਿਆਂ ਦੇ ਅੰਦਰ ਜਿਹੜੀ ਪੋਜੀਸ਼ਨ ਆ ਉਹ ਹੋਰ ਤਰ੍ਹਾਂ ਦੀ ਰਹੀ ਹੈਗੀ। ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਮੋਦੀ ਸਰਕਾਰ ਦਾ ਇਹ ਫੈਡਰਲ ਸਟਰਕਚਰ ਤੇ ਵੀ ਹਮਲਾ, ਚੁਣੀ ਹੋਈ ਸਰਕਾਰ ਦੇ ਉੱਤੇ ਵੀ ਹਮਲਾ, ਔਰ ਅਧਿਕਾਰਾਂ ਦੇ ਉੱਤੇ ਵੀ ਹਮਲਾ। ਕਿ ਇੱਕ ਨਵੀਂ ਪਾਰਟੀ ਹੋਣ ਦੇ ਕਰਕੇ ਵੀ ਉਹਨਾਂ ਨੂੰ ਇੱਕ ਖਮਿਆਜ਼ਾ ਭੁਗਤਣਾ ਹੋ ਸਕਦਾ ਕਿ ਆਮ ਆਦਮੀ ਪਾਰਟੀ ਹਲੇ ਕੁਝ ਸਮਾਂ ਪਹਿਲਾਂ ਹੀ ਉੱਠੀ ਹੈ, ਬਾਕੀ ਪਾਰਟੀਆਂ ਪਹਿਲਾਂ ਤੋਂ ਨੇ, ਸ਼ਾਇਦ ਤਾਂ ਕਰਕੇ ਉਹਨਾਂ ਦਾ ਵਿਰੋਧ ਜਿਹੜਾ ਜ਼ਿਆਦਾ ਨਹੀਂ ਮਤਲਬ ਲੋਕ ਕਰ ਸਕੇ। ਨਹੀਂ, ਉਹ ਤਾਂ ਦੇਖੋ ਜਿਸ ਤਰ੍ਹਾਂ ਪਿਛਲੀ ਵਾਰ ਜਿੱਤ ਕੇ ਆਏ ਨੇ ਅਰਵਿੰਦ ਕੇਜਰੀਵਾਲ, ਬੀਜੇਪੀ ਨੇ ਪੂਰਾ ਜ਼ੋਰ ਲਾ ਲਿਆ ਸੀਗਾ। ਉਸ ਜ਼ੋਰ ਲਾਉਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਇੱਕ ਵੱਡੀ ਮੈਜੋਰਿਟੀ ਲੈ ਕੇ ਆਏ ਨੇ। ਤਾਂ ਉਹ ਤਾਂ ਬੀਜੇਪੀ ਨੂੰ ਹਮੇਸ਼ਾ ਰੜਕਦੇ ਰਹੇ ਅਰਵਿੰਦ ਕੇਜਰੀਵਾਲ। ਦਿੱਲੀ 'ਚ ਬਹਿ ਕੇ ਜਿੱਥੇ ਰਾਜਧਾਨੀ ਹੋਵੇ, ਰਾਜਧਾਨੀ ਦੇ ਅੰਦਰ ਦੇਸ਼ 'ਚ ਸਰਕਾਰ ਤੁਹਾਡੀ ਹੋਵੇ ਤੇ ਰਾਜਧਾਨੀ 'ਚ ਤੁਹਾਡੀ ਸਰਕਾਰ ਨਾ ਬਣੇ, ਇੱਕ ਵਾਰ ਨਾ ਬਣੇ, ਤੁਸੀਂ ਜ਼ੋਰ ਲਾਓ ਦੂਜੀ ਵਾਰ ਨਾ ਬਣੇ, ਤਾਂ ਉਹਦੇ 'ਚ ਉਹ ਗੁੱਸਾ ਤਾਂ ਹੈਗਾ ਹੀ ਆ। ਪਰ ਇਹ ਗੱਲ ਇਕੱਲੇ ਗੁੱਸੇ ਦੀ ਨਹੀਂ ਹੈਗੀ, ਗੱਲ ਇਹਨੂੰ ਟੋਟੈਲਿਟੀ 'ਚ ਦੇਖਣ ਦੀ ਲੋੜ ਆ ਕਿ ਜਦੋਂ ਤੱਕ ਅਸੀਂ ਇਸ ਨੂੰ ਨਹੀਂ ਸਮਝਾਂਗੇ ਕਿ ਸਟੇਟ ਦੇ ਰਾਈਟ ਤੇ ਸੈਂਟਰ ਦੇ ਰਾਈਟ, ਕੌਨਕਰੈਂਟ ਲਿਸਟ ਬਣੀ ਹੋਈ ਹੈ, ਸਭ ਕੁਝ ਇੱਕ ਪੂਰਾ ਐਕਸਪਲੇਨ ਆ। ਜਿਵੇਂ ਖੇਤੀ ਦੇ ਜਿਹੜੇ ਬਿੱਲ ਬਣੇ ਨੇ, ਇਹਨਾਂ ਬਾਰੇ ਵੀ ਇਹ ਕਿਹਾ ਜਾਂਦਾ ਕਿ ਖੇਤੀਬਾੜੀ ਦੇ ਫੈਸਲੇ ਕੇਂਦਰ ਸਰਕਾਰ ਨਹੀਂ ਲੈ ਸਕਦੀ। ਜਿਵੇਂ ਕੇਂਦਰ ਸਰਕਾਰ ਕੋਲ ਗ੍ਰਹਿ ਵਿਭਾਗ ਆ, ਮਿਲਟਰੀ ਹੁੰਦੀ ਹੈ ਉਹਨਾਂ ਕੋਲੇ, ਦੂਰ ਸੰਚਾਰ ਹੁੰਦਾ ਹੈ, ਬਾਕੀ ਦੇ ਜਿਵੇਂ ਐਜੂਕੇਸ਼ਨ ਹੁੰਦੀ ਹੈ, ਹੈਲਥ ਹੁੰਦੀ ਹੈ, ਜਾਂ ਇਹ ਜਿਹੜੇ ਸਬਜੈਕਟ ਨੇ ਇਹ ਸਟੇਟਾਂ ਕੋਲੇ ਹੁੰਦੇ ਨੇ। ਹੌਲੀ ਹੌਲੀ ਸੈਂਟਰ ਨੇ ਇਹ ਸਟੇਟ ਦੇ ਜਿਹੜੇ ਰਾਈਟ ਹੁੰਦੇ ਨੇ ਇਹਨਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਕੋਈ ਪਹਿਲਾ ਅਟੈਕ ਨਹੀਂ ਆ ਕੇਜਰੀਵਾਲ ਸਰਕਾਰ ਤੇ, ਔਰ ਸਰਕਾਰ ਚਾਹੇ ਕਾਂਗਰਸ ਦੀ ਰਹੀ ਹੋਵੇ। ਇੰਦਰਾ ਦੇ ਦੌਰ 'ਚ ਦੇਖ ਲਓ ਤੁਸੀਂ, ਇੰਦਰਾ ਗਾਂਧੀ ਦੇ ਦੌਰ ਦੇ ਅੰਦਰ ਵੀ ਇਹ ਸਾਰਾ ਕੁਝ ਹੋ ਰਿਹਾ ਸੀ, ਹੋਰ ਸਰਕਾਰਾਂ ਦੇ ਦੌਰ 'ਚ ਵੀ ਹੁੰਦਾ ਰਿਹਾ ਕਿ ਸੈਂਟਰ ਹਮੇਸ਼ਾ ਡਿਕਟੇਟ ਕਰਨ ਦੀ ਗੱਲ, ਕਿ ਸੈਂਟਰ ਹੀ ਚਲਾਏਗਾ ਸਟੇਟ ਨੂੰ, ਜਦੋਂ ਕਿ ਸਟੇਟ ਕੋਲੇ ਆਪਣੇ ਰਾਈਟ ਨੇ। ਇਹ ਨਹੀਂ ਕਿ ਸੈਂਟਰ ਦੇ ਨਾਲ ਇੱਕ ਵਧੀਆ ਰਿਸ਼ਤਾ ਹੋਣਾ ਚਾਹੀਦਾ ਸਟੇਟਾਂ ਦਾ, ਪਰ ਇਹ ਨਹੀਂਗਾ ਕਿ ਤੁਸੀਂ ਉਹਨਾਂ ਦੇ ਰਾਈਟ ਦੇ ਉੱਤੇ ਹਮਲਾ ਕਰੋਗੇ। ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਵਾਂ ਤਾਂ ਇਸੇ ਦੇਸ਼ ਦੇ ਅੰਦਰ 1970 ਦੇ ਦੌਰ ਦੇ ਅੰਦਰ ਇੱਕ ਵੱਡੀ ਮੂਵਮੈਂਟ ਆ ਜਿਹੜੀ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ, ਖਾਸ ਤੌਰ ਤੇ ਦੱਖਣੀ ਭਾਰਤ ਦੇ ਸੂਬੇ, ਉੱਤਰ ਭਾਰਤ ਦੇ ਸੂਬੇ, ਸਾਰੇ ਸੂਬਿਆਂ ਦੇ ਅੰਦਰ ਇੱਕ ਰਾਜਾਂ ਦੇ ਵੱਧ ਅਧਿਕਾਰਾਂ ਦੀ ਲਹਿਰ ਚੱਲੀ ਸੀਗੀ। ਉਹ ਰਾਜਾਂ ਦੇ ਵੱਧ ਅਧਿਕਾਰ ਦੀ ਜਿਹੜੀ ਲਹਿਰ ਆ ਉਹ ਹਮੇਸ਼ਾ ਇਸ ਗੱਲ ਦੇ ਉੱਤੇ ਗੱਲ ਕਰਦੀ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਟੇਟ ਦੇ ਅਧਿਕਾਰ ਖੋਹੇ ਜਾ ਰਹੇ ਨੇ, ਇਹ ਸਾਨੂੰ ਕਿਵੇਂ ਮਿਲਣੇ ਚਾਹੀਦੇ ਨੇ। ਆਨੰਦਪੁਰ ਦੇ ਮਤੇ ਦੀ ਜਦੋਂ ਗੱਲ ਆਉਂਦੀ ਹੈ, ਆਨੰਦਪੁਰ ਦੇ ਮਤੇ ਤੋਂ ਜੋ ਥੋੜ੍ਹਾ ਜਿਹਾ ਪਹਿਲਾਂ ਜਾਓਗੇ, ਆਨੰਦਪੁਰ ਦੇ ਮਤੇ ਦੇ ਅੰਦਰ ਵੀ ਜੇ ਤੁਸੀਂ ਬਹੁਤਾ ਪੂਰਾ ਆਨੰਦਪੁਰ ਦੇ ਮਤੇ ਨੂੰ ਜਦੋਂ ਸਟੱਡੀ ਕਰਦੇ ਹੋ, ਉਹ 'ਚ ਜ਼ਿਆਦਾਤਰ ਗੱਲਾਂ ਨੇ ਜਿਹੜੀਆਂ ਉਹ ਰਾਜਾਂ ਦੇ ਅਧਿਕਾਰਾਂ ਦੀਆਂ ਨੇ। ਕਿ ਜਿਵੇਂ ਪਾਣੀਆਂ ਦਾ ਮਸਲਾ ਸੀਗਾ, ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਦਾ ਹੱਕ ਹੈ, ਰਿਪੇਰੀਅਨ ਲਾਅ ਇਹ ਗੱਲ ਕਹਿੰਦਾ, ਤਾਂ ਸਾਡੇ ਅਟੈਕ ਕੀਤਾ ਗਿਆ। ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਓ, ਇਹ ਵੀ ਸਟੇਟ ਦਾ ਇੱਕ ਰਾਈਟ ਸੀਗਾ। ਚੰਡੀਗੜ੍ਹ ਪੰਜਾਬ ਨੂੰ ਦਿਓ, ਇਹ ਗੱਲਾਂ ਸਾਰੀਆਂ ਹੁੰਦੀਆਂ ਰਹੀਆਂ ਨੇ। ਇਸੇ ਤਰੀਕੇ ਨਾਲ ਉਸੇ ਦੌਰ ਦੇ ਅੰਦਰ ਜਦੋਂ ਇੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲੜ ਰਹੇ ਸੀ ਇਸ ਲੜਾਈ ਨੂੰ, ਅਕਾਲੀ ਦਲ ਲੜ ਰਿਹਾ ਸੀ, ਯਾਨੀ ਪ੍ਰਕਾਸ਼ ਸਿੰਘ ਬਾਦਲ ਉਹਦੇ ਮੋਹਰੀ ਸੀ,
ਦੇਸ਼ ਦੀ ਲੜਾਈ ਦੇ ਮੋਹਰੀ ਵੀ ਉਦੋਂ ਪ੍ਰਕਾਸ਼ ਸਿੰਘ ਬਾਦਲ ਬਣਦੇ ਨੇ। ਪ੍ਰਕਾਸ਼ ਸਿੰਘ ਬਾਦਲ ਉਸ ਲੜਾਈ ਨੂੰ ਲੜਦੇ ਨੇ, ਪਰ ਹੌਲੀ ਹੌਲੀ ਸੂਬਿਆਂ ਦੀ ਉਹ ਲੜਾਈ ਜਿਉਂ-ਜਿਉਂ ਇਹ ਪਾਰਟੀਆਂ ਪਰਿਵਾਰਾਂ ਤੱਕ ਸਿਮਟਣ ਲੱਗ ਗਈਆਂ, ਚਾਹੇ ਉਹ ਮੁਲਾਇਮ ਸਿੰਘ ਯਾਦਵ ਸੀ, ਚਾਹੇ ਉਹ ਲਾਲੂ ਯਾਦਵ ਸੀ, ਚਾਹੇ ਉਹ ਕਰੁਣਾਨਿਧੀ ਆ, ਚਾਹੇ ਉਹ ਜੈ ਲਲਿਤਾ, ਜਦੋਂ ਇਹ ਵਿਅਕਤੀ ਸੈਂਟਰਿਕ ਹੋਈਆਂ, ਜਦੋਂ ਇਹ ਪਾਰਟੀਆਂ ਇੱਕ ਬੰਦੇ ਦੇ ਸੈਂਟਰਿਕ ਹੋ ਗਈਆਂ, ਉਹ ਲੜਾਈ ਜਿਹੜੀ ਸਮੂਹਿਕਤਾ ਦੀ ਲੜਾਈ ਸੀ, ਜਿਹੜੀ ਰਾਜ ਦੇ ਹੱਕ ਦੀ ਗੱਲ ਸੀ, ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਇਹ ਪਾਰਟੀਆਂ ਕਰਦੀਆਂ ਸੀ, ਸਾਰੀਆਂ ਰੀਜਨਲ ਪਾਰਟੀਆਂ ਸੀ, ਜਿਹੜੀਆਂ ਖੇਤਰੀ ਪਾਰਟੀਆਂ ਸੀ। ਇਹ ਖੇਤਰੀ ਪਾਰਟੀਆਂ ਦੇ ਅੰਦਰ ਜਦੋਂ ਪਰਿਵਾਰ ਕਾਬਜ ਹੋਏ, ਇਹਨਾਂ ਨੇ ਉਹ ਲੜਾਈ ਲੜਨੀ ਛੱਡਤੀ, ਜਿਹਦਾ ਮੈਨੂੰ ਲੱਗਦਾ ਗਾ ਅੱਜ ਨਤੀਜਾ ਕੇਜਰੀਵਾਲ ਵੀ ਭੁਗਤ ਰਹੇ ਨੇ, ਤੇ ਜਿਹਦੇ ਨਤੀਜੇ ਸੈਂਟਰ ਸਟੇਟ ਰਿਲੇਸ਼ਨ 'ਚ ਬਾਅਦ 'ਚੋਂ ਬਹੁਤ ਸਾਰੇ ਲੋਕਾਂ ਨੂੰ ਭੁਗਤਣੇ ਪਏ ਆ, ਬਹੁਤ ਸਾਰੀਆਂ ਸਟੇਟਾਂ ਨੂੰ ਭੁਗਤਣੇ ਪਏ ਹੈਗੇ। ਉਹ ਲੜਾਈ ਅਗਰ ਉਸ ਤਰੀਕੇ ਦੇ ਨਾਲ, ਇਹ ਨਹੀਂ ਗਾ ਕਿ ਲੜਾਈ ਦਾ ਮਤਲਬ ਇਹ ਹੈ ਕਿ ਕਿਸੇ ਨੇ ਵਿਦਰੋਹ ਕਰਤਾ ਜਾਂ ਹਥਿਆਰ ਚੱਕ ਲਏ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਟਕਰਾਅ ਦੀ ਲੜਾਈ ਹੋਣੀ ਸੀ। ਬਹੁਤ ਸਾਰੇ ਤਰੀਕੇ ਹੁੰਦੇ ਨੇ ਡੈਮੋਕ੍ਰੇਸੀ ਦੇ ਅੰਦਰ। ਸ਼ਾਂਤਮਈ ਤਰੀਕੇ ਦੇ ਨਾਲ ਵੀ ਉਹ ਲੜਾਈ ਅਗਰ ਪੈਰਲਲ ਚੱਲਦੀ ਰਹਿੰਦੀ, ਉਹਨਾਂ ਗੱਲਾਂ ਦੇ ਉੱਤੇ ਅਗਰ ਗੱਲ ਹੁੰਦੀ ਰਹਿੰਦੀ, ਉਹ ਗੱਲ ਹੀ ਕਰਨੋਂ ਛੱਡ ਗਏ। ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਸਿਰਫ ਸਲੋਗਨ ਦੇ ਤੌਰ ਤੇ ਕਰਦੇ ਰਹੇ, ਅਕਾਲੀ ਦਲ ਮੈਨੀਫੈਸਟੋ 'ਚ ਪਾ ਦਿੰਦਾ ਸੀਗਾ, ਪਰ ਗਰਾਊਂਡ ਦੀ ਲੜਾਈ ਜ਼ਮੀਨ ਦੇ ਉੱਤੇ ਜਿਸ ਤਰ੍ਹਾਂ ਬਾਕੀਆਂ ਨੂੰ ਵੀ ਲੜਨੀ ਚਾਹੀਦੀ ਸੀ, ਕਿਉਂਕਿ ਕਾਂਗਰਸ ਨੇ ਤਾਂ ਲੜਨੀ ਨਹੀਂ ਸੀ, ਕਾਂਗਰਸ ਦੀ ਸਰਕਾਰ ਹੁੰਦੀ ਸੀ, ਬੀਜੇਪੀ ਵੀ ਨੈਸ਼ਨਲ ਪਾਰਟੀ ਸੀ, ਬੀਜੇਪੀ ਵੀ ਗੱਲ ਕਰਦੀ ਰਹੀ ਹੈ ਕਿ ਜੀ ਦਰਿਆਵਾਂ ਨੂੰ ਜੋੜ ਦੇਣਾ ਚਾਹੀਦਾ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਨੇਗੀਆਂ। ਇੱਕ ਭਾਸ਼ਾ, ਇੱਕ ਦੇਸ਼, ਤੁਹਾਨੂੰ ਪਤਾ ਹੀ ਹੈਗਾ, ਬਹੁਤ ਸਾਰਾ ਕੁਛ ਇੱਕ ਕਰਨ ਨੂੰ ਫਿਰਦੇ ਆ ਉਹ, ਇਸ ਕਰਕੇ ਬੀਜੇਪੀ ਤੇ ਐਲੀਗੇਸ਼ਨ ਵੀ ਲੱਗਦੇ ਹੈਗੇ। ਇਸ ਕਰਕੇ ਖੇਤਰੀ ਪਾਰਟੀਆਂ ਨੇ ਲੜਾਈਆਂ ਲੜਨੀਆਂ ਸੀਗੀਆਂ, ਪਰ ਖੇਤਰੀ ਪਾਰਟੀਆਂ ਨੇ ਉਹ ਲੜਾਈਆਂ ਨਹੀਂ ਲੜੀਆਂ, ਤੇ ਅਰਵਿੰਦ ਕੇਜਰੀਵਾਲ ਵੀ ਉਸੇ ਵਿਚਾਰ 'ਚ ਸਮਾ ਗਏ। ਅਗਰ ਅਰਵਿੰਦ ਕੇਜਰੀਵਾਲ ਲਕੀਰ ਖਿੱਚ ਕੇ ਰੱਖਦੇ ਇੱਕ ਨਵੀਂ ਪਾਰਟੀ ਦੇ ਰੂਪ ਦੇ ਅੰਦਰ ਲੜਾਈ ਦੀ, ਜਿਹੜੀ ਉਹਨਾਂ ਨੇ ਸ਼ੁਰੂ 'ਚ ਅੰਦੋਲਨਕਾਰੀ ਸੀ, ਸ਼ੁਰੂ 'ਚ ਲੜੇ ਵੀ ਉਹ, ਔਰ ਬਾਅਦ 'ਚੋਂ ਸਿਸਟਮ ਦੇ ਅੰਦਰ ਜਿਸ ਤਰੀਕੇ ਨਾਲ ਉਹ ਆਉਂਦੇ ਗਏ, ਇਹ ਲੜਾਈ ਨੂੰ ਉਹ ਛੱਡਦੇ ਗਏ। ਜੋ ਲੜਾਈ ਦਾ ਰੂਪ ਸਰੂਪ ਉਹੀ ਹੁੰਦਾ, ਸ਼ਾਇਦ ਅੱਜ ਸੈਂਟਰ ਦੀ ਇਹ ਤਾਕਤ ਨਾ ਹੁੰਦੀ, ਜੇ ਸੈਂਟਰ ਨੂੰ ਇਸ ਗੱਲ ਦਾ ਮਤਲਬ ਤਾਕਤ ਦਾ ਪਤਾ ਹੋਵੇ ਕਿ ਹਾਂ ਇਹ ਲੋਕ ਲੜਨਗੇ, ਲੜ ਕੇ ਇਹ ਉਹ ਕਰਨਗੇ। ਗਰਾਊਂਡ ਦੀ ਲੜਾਈ ਜਦੋਂ ਤੋਂ ਉਸ ਤਰੀਕੇ ਨਾਲ ਨਹੀਂ ਆਈ, ਰਾਜਾਂ ਦੇ ਨਾਲ ਕੇਜਰੀਵਾਲ ਦਾ ਉਸ ਤਰ੍ਹਾਂ ਦਾ ਸੰਪਰਕ ਨਹੀਂ ਰਿਹਾ। ਜੇ ਕੇਜਰੀਵਾਲ ਉਦੋਂ ਵੀ ਕਸ਼ਮੀਰ ਦੇ ਮਸਲੇ ਤੇ ਬੋਲੇ ਹੁੰਦੇ ਜਾਂ ਹੋਰ ਮਸਲਿਆਂ ਤੇ ਬੋਲੇ ਹੁੰਦੇ, ਤਾਂ ਅੱਜ ਉਹਨਾਂ ਕੋਲ ਇੱਕ ਮੋਰਲ ਗਰਾਊਂਡ ਹੋਣਾ ਸੀ, ਜਿਹਦੇ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰ ਸਕਦੇ ਨੇ। ਪਰ ਅਰਵਿੰਦ ਕੇਜਰੀਵਾਲ ਉਦੋਂ ਚੁੱਪ ਰਹੇ, ਅੱਜ ਉਹਨਾਂ ਦੇ ਲਈ ਬਹੁਤ ਸਾਰੇ ਲੋਕ ਚੁੱਪ ਨੇ ਜੀ। ਤੇ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਆ, ਉਹਦੇ ਕੋਲ ਸਾਰੇ ਅਧਿਕਾਰ ਹੁੰਦੇ ਨੇ, ਤੇ ਪਰ ਉਹ ਸੂਬਿਆਂ ਨੂੰ ਜਿਹੜੀ ਇਦਾਂ ਅਧਿਕਾਰਾਂ ਦੇ ਖੋਣ ਦੀ ਜਿਹੜੀ ਤਾਕਤ ਨਹੀਂ ਹੁੰਦੀ, ਪਰ ਕੇਂਦਰ ਤੇ ਰਾਜ ਜਿਹੜੇ ਨੇ ਮਿਲ ਕੇ ਕੰਮ ਕਰ ਸਕਦੇ। ਮਤਲਬ ਇੱਕ ਦੇਸ਼ ਤਾਂ ਹੀ ਬਣਦਾ ਜੇ ਕੇਂਦਰ ਤੇ ਸੂਬੇ ਮਿਲ ਕੇ ਕੰਮ ਕਰਦੇ ਨੇ। ਕਿ ਕੇਂਦਰ ਸਾਰੇ ਅਧਿਕਾਰਾਂ ਤੋਂ ਹੌਲੀ ਹੌਲੀ ਕਰਕੇ ਅਜਿਹੇ ਅਧਿਕਾਰ ਜਿਹੜੇ ਖੋਣਾ ਚਾਹੁੰਦਾ ਵਾ? ਕੇਂਦਰ ਦੀ ਹਮੇਸ਼ਾ ਇੱਕ ਫਿਤਰਤ ਹੁੰਦੀ ਹੈ। ਇਹ ਅਸਲ 'ਚ ਕਿਸੇ ਵੀ ਸਿਸਟਮ ਦੇ ਅੰਦਰ ਜਿਹੜਾ ਬੰਦਾ ਸੈਂਟਰ ਦੇ ਅੰਦਰ ਬੈਠਾ, ਜਿਹਦੇ ਆਲੇ ਦੁਆਲੇ ਚੀਜ਼ਾਂ ਘੁੰਮ ਰਹੀਆਂ ਨੇਗੀਆਂ, ਕੇਂਦਰ ਦੇ ਆਲੇ ਦੁਆਲੇ ਰਾਜ ਘੁੰਮ ਰਹੇ ਆ ਨਾ, ਫੰਡਿੰਗ ਕੇਂਦਰ ਨਹੀਂ ਦੇਣੀ ਆ, ਤਾਂ ਹਮੇਸ਼ਾ ਉਹ ਕੋਸ਼ਿਸ਼ ਕਰਦਾ ਹੈਗਾ ਕਿ ਪਾਵਰ ਨੂੰ ਉਹ ਗ੍ਰੈਬ ਕਰੇ, ਹਮੇਸ਼ਾ ਸ਼ਕਤੀ ਦਾ ਕੇਂਦਰੀਕਰਨ ਉਹਦੇ ਆਲੇ ਦੁਆਲੇ ਹੋ ਜੇ। ਇਹਦਾ ਵਿਕੇਂਦਰੀਕਰਨ ਕਰਨ ਦੀ ਗੱਲ ਤੁਸੀਂ ਬਹੁਤ ਸਾਰੇ ਸਾਡੇ ਵਿਚਾਰਕ ਦੇਖੋਗੇ, ਮਹਾਤਮਾ ਗਾਂਧੀ ਤੋਂ ਲੈ ਕੇ ਤਮਾਮ ਲੋਕ ਅਗਰ ਤੁਸੀਂ ਪੜ੍ਹੋਗੇ, ਸਾਡੇ ਜਿਹੜੇ ਹੋਰ ਬਹੁਤ ਸਾਰੇ ਫਿਲਾਸਫਰ ਨੇ ਦੁਨੀਆ ਦੇ, ਉਹ ਲਗਾਤਾਰ ਡੀਸੈਂਟਰਲਾਈਜੇਸ਼ਨ ਤੇ ਜ਼ੋਰ ਦਿੰਦੇ ਰਹੇ ਨੇ, ਯਾਨੀ ਵਿਕੇਂਦਰੀਕਰਨ ਹੋਵੇ। ਪਰ ਸਟੇਟ ਹਮੇਸ਼ਾ ਹੀ ਚੀਜ਼ਾਂ ਨੂੰ ਕੇਂਦਰੀਕ੍ਰਿਤ ਕਰਦੀ ਹੈ, ਕੇਂਦਰੀਕਰਨ ਕਰਦੀ ਹੈ, ਯਾਨੀ ਚੀਜ਼ਾਂ ਨੂੰ ਕਿਵੇਂ ਇੱਕੋ ਥਾਂ ਦੇ ਉੱਤੋਂ ਆਪਣੇ ਤਰੀਕੇ ਨਾਲ ਚਲਾਉਣਾ, ਇਹਦੀ ਕੋਸ਼ਿਸ਼ ਦੁਨੀਆ ਦੀ ਹਰ ਸਟੇਟ ਕਰਦੀ ਰਹੀ ਹੈ। ਪਰ ਉਹਦੇ ਲਈ ਵੱਖ-ਵੱਖ ਲੋਕ ਆਪਣੇ ਤਰੀਕੇ ਨਾਲ ਲੜਦੇ ਵੀ ਰਹੇ ਨੇ। ਜਿਵੇਂ ਪੰਚਾਇਤਾਂ ਨੂੰ ਦੇ ਬਾਰੇ ਗੱਲ ਹੁੰਦੀ ਹੈ ਕਿ ਪੰਚਾਇਤੀ ਸਿਸਟਮ ਸੀ, ਪੰਚਾਇਤੀ ਰਾਜ ਸਿਸਟਮ, ਕਿ ਅਗਰ ਪੰਚਾਇਤੀ ਰਾਜ ਸਿਸਟਮ ਜਿਹੜਾ ਡੈਮੋਕ੍ਰੇਸੀ ਦਾ ਸਭ ਤੋਂ ਵਧੀਆ ਮਾਡਲ ਆਗਾ, ਜੇ ਅਸੀਂ ਪਾਵਰ ਨੂੰ ਡੀਸੈਂਟਰਲਾਈਜ਼ ਕਰਕੇ ਪ੍ਰਧਾਨ ਮੰਤਰੀ ਤੱਕ ਹੀ ਸੀਮਿਤ ਨਾ ਰਹੇ, ਪਿੰਡ ਦੇ ਸਰਪੰਚ ਤੱਕ ਵੀ ਉਹ ਉਸ ਰੂਪ ਦੇ ਅੰਦਰ ਆਵੇ, ਯਾਨੀ ਪਾਵਰ ਕੁਝ ਲੋਕਾਂ ਕੋਲ ਸੀਮਿਤ ਨਾ ਰਹੇ। ਉਸੇ ਤਰੀਕੇ ਨਾਲ ਕਿ ਸੈਂਟਰ ਦੇ ਅੰਦਰ ਵੀ ਸੈਂਟਰ ਉਹ ਸਾਰੀ ਪਾਵਰ ਨੂੰ ਖੁਦ ਲੈਣਾ ਚਾਹੁੰਦਾ, ਯਾਨੀ ਅਸੀਂ ਸਾਰਾ ਕੁਝ ਕਰੀਏ, ਰਾਜ ਸਾਡੇ ਮੁਤਾਬਕ ਚੱਲਣ, ਪੂਰਾ ਦੇਸ਼ ਸਾਡੇ ਮੁਤਾਬਕ ਚੱਲੇ। ਜਦ ਕਿ ਸ਼ਕਤੀਆਂ ਜਿਹੜੀਆਂ ਕੁਝ ਰਾਜਾਂ ਕੋਲ ਵੀ ਹੁੰਦੀਆਂ ਨੇ, ਜਿਨ੍ਹਾਂ ਨੂੰ ਕੇਂਦਰ ਆਪਣੇ ਹਿਸਾਬ ਨਾਲ ਚਲਾ ਸਕਦਾ। ਬਿਲਕੁਲ ਨਹੀਂ ਚਲਾ ਸਕਦਾ, ਅਲੱਗ ਗੱਲ ਆ। ਕੇਂਦਰ ਤਾਂ ਕੁਝ ਵੀ ਕਰ ਸਕਦਾ, ਕੇਂਦਰ ਤਾਂ ਰਾਸ਼ਟਰਪਤੀ ਰਾਜ ਲਾ ਦਿੰਦਾ, ਮਤਲਬ ਕੇਂਦਰ ਦਾ ਧੱਕਾ ਤਾਂ ਫਿਰ ਪੂਰਾ ਹੀ ਚੱਲਦਾ। ਉਹ 47 ਤੋਂ ਬਾਅਦ ਚਾਹੇ ਤੁਸੀਂ ਕੇਰਲ ਦੇ ਅੰਦਰ ਫਸਟ ਜਿਹੜਾ ਪ੍ਰੈਜ਼ੀਡੈਂਟ ਰੂਲ ਲਾਇਆ ਗਿਆ, ਗਵਰਨਰ ਰਾਜ ਲਾਇਆ ਗਿਆ, ਉਹ ਕੇਰਲ ਦੇ ਅੰਦਰ ਲਾਇਆ ਗਿਆ। ਪਹਿਲੀ ਜਿਹੜੀ ਨਾਨ ਕਾਂਗਰਸ ਗਵਰਨਮੈਂਟ ਸੀਗੀ, ਯਾਨੀ ਪਹਿਲੀ ਸਰਕਾਰ ਜਿਹੜੀ ਨਹੀਂ ਸਰਕਾਰ ਸੀਗੀ ਕਾਂਗਰਸ ਦੀ, ਜਿੱਥੇ ਸੂਬੇ 'ਚ ਕਾਮਰੇਡਾਂ ਦੀ ਸਰਕਾਰ ਸੀ, ਉੱਥੇ ਜਾ ਕੇ ਤੁਸੀਂ ਰਾਸ਼ਟਰਪਤੀ ਰਾਜ ਲਾਇਆ। ਇਸੇ ਤਰੀਕੇ ਦੇ ਨਾਲ ਦੇਸ਼ ਦੇ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਰਾਸ਼ਟਰਪਤੀ ਰਾਜ ਲੱਗਿਆ। ਜਿਹੜੀ ਵੀ ਸਟੇਟ ਕੇਂਦਰ ਨੂੰ ਚੈਲੰਜ ਕਰਦੀ ਸੀ, ਜਿਹੜੀ ਵੀ ਸਟੇਟ ਆਪਣੇ ਹੱਕਾਂ ਦੀ ਗੱਲ ਕਰਦੀ ਸੀ, ਯਾਨੀ ਹੱਕਾਂ ਦੀ ਗੱਲ ਜੋ ਹੱਕ ਸੰਵਿਧਾਨ ਦਿੰਦਾ, ਸੰਵਿਧਾਨ ਤੋਂ ਬਾਹਰ ਦੇ ਹੱਕਾਂ ਦੀ ਗੱਲ ਨਹੀਂ, ਜਿਹੜੀ ਵੀ ਸਟੇਟ ਆਪਣੇ ਸੰਵਿਧਾਨ ਮੁਤਾਬਕ ਹੱਕਾਂ ਦੀ ਗੱਲ ਠੋਕ ਵਜਾ ਕੇ ਕਰਦੀ ਸੀ, ਉਹਨਾਂ ਸਾਰੀਆਂ ਸਟੇਟਾਂ ਨੂੰ ਦੇਖ ਲਓ ਤੁਸੀਂ, ਉਹਨਾਂ ਸਾਰੀਆਂ ਸਟੇਟਾਂ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਰਾਸ਼ਟਰਪਤੀ ਰਾਜ ਲਾਏ ਗਏ।
ਮਤਲਬ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਤੌਰ ਤੇ ਤਾਂ ਇਹ ਨਹੀਂ ਬਣਦਾ। ਸੰਵਿਧਾਨਕ ਤੌਰ ਤੇ ਇਹ ਵੀ ਨਹੀਂ ਬਣਦਾ ਸੀ ਕਿ ਤੁਸੀਂ ਖੇਤੀਬਾੜੀ ਦੇ ਬਿੱਲ ਲਿਆਓ, ਲਿਆਂਦੇ ਨਾ ਅਗਲਿਆਂ ਨੇ। ਤਾਂ ਕੇਂਦਰ ਫਿਰ ਜਦੋਂ ਕੁਝ ਕਰਨ ਤੇ ਆਉਂਦਾ ਗਾ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਚਾਹੇ ਉਹ ਮੋਦੀ ਦੀ ਸਰਕਾਰ ਹੈ, ਉਹ ਐਕਸਟ੍ਰੀਮਲੀ ਉਹ ਹਰ ਗੱਲ ਦੇ ਉੱਤੇ ਕਰਨ ਜਾਂਦੇ ਨੇ। ਇਸੇ ਦੀ ਐਗਜ਼ਾਮਪਲ ਹੈ, ਕਾਨੂੰਨ ਮੁਤਾਬਕ ਨਹੀਂ ਬਣਦਾ ਸੀਗਾ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਸਰਕਾਰ ਤੋਂ ਇਹ ਹੱਕ ਖੋਏ ਗਏ ਨੇ, ਜਿਸ ਤਰੀਕੇ ਨਾਲ ਉਹਨੂੰ ਇੱਕ ਮਿਊਨਿਸਪੈਲਿਟੀ 'ਚ ਤਬਦੀਲ ਕੀਤਾ ਗਿਆ, ਇਹ ਸੰਵਿਧਾਨਕ ਤੌਰ ਦੇ ਉੱਤੇ ਠੀਕ ਨਹੀਂ ਹੈਗਾ। ਪਰ ਕੇਂਦਰ ਜਿਵੇਂ ਮੈਂ ਕਹਿਣਾ ਗਾ, ਉਹ 47 ਤੋਂ ਲੈ ਕੇ ਨਹਿਰੂ ਤੋਂ ਲੈ ਕੇ ਮੋਦੀ ਤੱਕ ਉਹਨਾਂ ਦੇ ਧੱਕੇ ਹਮੇਸ਼ਾ ਉਹ ਕਰਦੇ ਰਹੇ ਨੇ ਰਾਜਾਂ ਦੇ ਨਾਲ। ਨਹਿਰੂ ਦੇ ਦੌਰ 'ਚ ਵੀ ਧੱਕੇ ਹੁੰਦੇ ਰਹੇ, ਇੰਦਰਾ ਗਾਂਧੀ ਦੇ ਦੌਰ 'ਚ ਵੀ ਹੋਏ ਨੇ ਤੇ ਮੋਦੀ ਦੇ ਦੌਰ 'ਚ ਵੀ ਹੋ ਰਹੇ ਨੇ। ਇੱਥੇ ਇਹਦੇ ਨਾਲ ਇਹੀ ਸਵਾਲ ਜੁੜਦਾ ਹੈ ਕਿ ਕੀ ਜਦੋਂ ਇਹ ਲਾਗੂ ਕੀਤਾ ਗਿਆ, ਉਪ ਰਾਜਪਾਲ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਨੇ, ਤਾਂ ਮੌਜੂਦਾ ਸਰਕਾਰ ਜਿਹੜੀ ਹੁੰਦੀ ਹੈ, ਜਿਹੜੀ ਦਿੱਲੀ ਦੀ ਕੇਜਰੀਵਾਲ ਸਰਕਾਰ ਸੀ, ਉਸ ਦੇ ਨਾਲ ਕੋਈ ਰਾਏ ਮਸ਼ਵਰਾ ਨਹੀਂ ਕੀਤਾ ਗਿਆ? ਦੇਖੋ, ਰਾਏ ਮਸ਼ਵਰਾ ਤਾਂ ਮੈਂ ਉਹੀ ਗੱਲ ਕਰਨਾ, ਰਾਏ ਮਸ਼ਵਰਾ ਤਾਂ ਉੱਥੇ ਕਰਨਗੇ ਜਿੱਥੇ ਕੋਈ ਤੁਹਾਡੀ ਟਿਊਨਿੰਗ ਹੋਏਗੀ, ਜਿੱਥੇ ਤੁਸੀਂ ਤੈਅ ਹੀ ਕਰ ਲਿਆ ਕਿ ਇਹਨਾਂ ਨੂੰ ਅਸੀਂ ਖਰਾਬ ਕਰਨਾ, ਇਹਨਾਂ ਨੂੰ ਅਸੀਂ ਤੰਗ ਕਰਨਾ, ਇਹਨਾਂ ਕੋਲ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਕਰਕੇ ਇਹ ਅਗਲੀ ਸਰਕਾਰ ਬਣਾ ਜਾਂਦੇ ਨੇ, ਉਹਨਾਂ ਕਰਕੇ ਇਹ ਸਾਡੇ ਤੋਂ ਅੱਗੇ ਵੱਧ ਜਾਂਦੇ ਨੇ, ਉਹਨਾਂ ਕਰਕੇ ਸਾਨੂੰ ਇਹ ਦੇਸ਼ 'ਚ ਚੈਲੰਜ ਕਰ ਰਹੇ ਨੇ, ਉਹਨਾਂ ਕਰਕੇ ਪੰਜਾਬ 'ਚ ਆ ਕੇ ਇਲੈਕਸ਼ਨ ਲੜਨ ਜਾ ਰਹੇ ਨੇ। ਕੇਜਰੀਵਾਲ ਕਿਹੜਾ ਮਾਡਲ ਦਿਖਾਉਂਦੇ ਨੇ? ਦਿੱਲੀ ਮਾਡਲ। ਦਿੱਲੀ 'ਚ ਸਿਹਤ ਠੀਕ ਹੋਊਗੀ, ਦਿੱਲੀ 'ਚ ਐਜੂਕੇਸ਼ਨ ਠੀਕ ਹੋਊਗੀ। ਜੇ ਮੋਦੀ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਕਿਹੜਾ ਮਾਡਲ ਦਿਖਾਇਆ ਗਿਆ ਦੇਸ਼ ਨੂੰ? ਗੁਜਰਾਤ ਮਾਡਲ ਕਿਹਾ ਗਿਆ ਕਿ ਗੁਜਰਾਤ ਮਾਡਲ ਹੈ ਜੀ, ਗੁਜਰਾਤ 'ਚ ਤਰੱਕੀ ਹੋਈ ਹੈ, ਜਿਵੇਂ ਗੁਜਰਾਤ 'ਚ ਤਰੱਕੀ ਹੋਈ ਹੈ ਜੀ ਦੇਸ਼ 'ਚ ਹੋਏਗੀ। ਗੁਜਰਾਤ 'ਚ ਕਿੰਨੀ ਤਰੱਕੀ ਹੋਈ ਹੈ ਬਾਅਦ 'ਚੋਂ ਪਤਾ ਲੱਗਿਆ। ਉਵੇਂ ਕੇਜਰੀਵਾਲ ਕਿਹੜਾ ਮਾਡਲ ਦਿਖਾ ਰਹੇ ਨੇ ਕਿ ਦਿੱਲੀ ਦੀ ਸਰਕਾਰ ਵਾਰ-ਵਾਰ ਯੂਪੀ ਦੇ ਅੰਦਰ ਜਾ ਰਹੇ ਨੇ। ਹੁਣ ਯੂਪੀ 'ਚ ਇਲੈਕਸ਼ਨ ਲੜਨੀ ਹੈ, ਯੂਪੀ ਦੀ ਇਲੈਕਸ਼ਨ ਬਹੁਤ ਕਰੂਸ਼ਲ ਆ। ਯੂਪੀ 'ਚ ਕੇਜਰੀਵਾਲ ਨੇ ਇਲੈਕਸ਼ਨ ਲੜਨੀ ਹੈ, ਪੰਜਾਬ 'ਚ ਲੜਨੀ ਹੈ, ਉੱਥੇ ਮਾਡਲ ਕਿਹੜਾ ਦਿਖਾਉਂਦੇ ਨੇ ਇੱਥੋਂ ਵਾਲਾ? ਤਾਂ ਕੇਜਰੀਵਾਲ ਦਿੱਲੀ 'ਚੋਂ ਨਿਕਲ ਕੇ ਬਾਕੀ ਸੂਬਿਆਂ 'ਚ ਐਕਸਪੈਂਡ ਕਰੇ, ਇਹ ਨਹੀਂ ਚਾਹੁੰਦੇ ਉਹ ਵੀ। ਤਾਂ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਰੂਪ ਦੇ ਅੰਦਰ ਹੁੰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕੰਟਰੋਲ ਕਰਨਾ। ਸਲਾਹ ਤਾਂ ਕਰਨਗੇ ਜੇ ਕੰਟਰੋਲ ਨਹੀਂ ਕਰਨਾ ਹੋਊਗਾ। ਉਹਨੂੰ ਤਾਂ ਦੱਸਿਆ ਤੱਕ ਨਹੀਂ, ਪਹਿਲਾਂ ਵੀ ਟਕਰਾਅ ਆਉਂਦੇ ਰਹੇ ਨੇ। ਤੇ ਮੈਂ ਇਹੀ ਕਹਿ ਰਿਹਾ ਕਿ ਇਹ ਟਕਰਾਅ ਇਕੱਲੇ ਕੇਜਰੀਵਾਲ ਤੱਕ ਸੀਮਤ ਨਹੀਂ ਹੈ। ਇਹ ਲੜਾਈ ਕੇਜਰੀਵਾਲ ਵਰਸਸ ਮੋਦੀ ਨਹੀਂ ਆ, ਇਹ ਲੜਾਈ ਰਾਜਾਂ ਦੇ ਅਧਿਕਾਰਾਂ ਦੀ ਤੇ ਸੈਂਟਰ ਦੀ। ਇਹ ਲੜਾਈ ਫੈਡਰਲਿਜ਼ਮ ਦੀ ਲੜਾਈ ਆ, ਯਾਨੀ ਇੱਕ ਫੈਡਰਲ ਸਟਰਕਚਰ ਦੇ ਅੰਦਰ ਕੌਨਸਟੀਟਿਊਸ਼ਨ ਜਿਹੜੇ ਤੁਹਾਨੂੰ ਰਾਈਟ ਹੁੰਦਾ, ਸੰਵਿਧਾਨ ਦੇ ਮੁਤਾਬਕ ਲਿਖੇ ਪਏ ਨੇ ਜਿਹੜੇ, ਉਹ ਲਿਖੀਆਂ ਹੋਈਆਂ ਚੀਜ਼ਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਉਹ ਉਲੰਘਣਾ ਨਹਿਰੂ ਤੋਂ ਲੈ ਕੇ ਮੋਦੀ ਤੱਕ ਹੁੰਦੀ ਆਈ ਹੈ। ਕੇਂਦਰ ਦੇ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਉਹਨਾਂ ਦੀ ਉਲੰਘਣਾ ਕਰ ਸਕਦੀ ਹੈ? ਹਾਲਾਂਕਿ ਸੰਵਿਧਾਨ ਦੇ ਵਿੱਚ ਦੇਖੋ, ਕੇਂਦਰ ਤਾਂ ਅਲਟੀਮੇਟ ਆ। ਕੇਂਦਰ ਕੋਲੇ ਕੀ ਨਹੀਂ ਹੈਗਾ? ਦੇਸ਼ ਦੀਆਂ ਸਾਰੀਆਂ ਫੌਜਾਂ ਕੇਂਦਰ ਕੋਲੇ ਨੇ। ਦੇਸ਼ ਦੇ ਸਾਰੇ IPS ਕਿਹਦੇ ਅੰਡਰ ਨੇ? ਸੈਂਟਰ ਗਵਰਨਮੈਂਟ ਦੇ ਅੰਡਰ। ਦੇਸ਼ ਦੇ ਸਾਰੇ IAS ਕਿਹਦੇ ਅੰਡਰ ਨੇ? ਸੈਂਟਰ ਗਵਰਨਮੈਂਟ ਦੇ ਅੰਦਰ। ਦੇਸ਼ ਦੇ ਅੰਦਰ ਸਭ ਕੁਛ ਹੀ ਅੰਡਰ ਤਾਂ ਉਹਨਾਂ ਦੇ ਹੀ ਹੈ ਨਾ। ਟੋਟੈਲਿਟੀ ਦੇ ਅੰਦਰ ਤਾਂ ਸਟੇਟ ਨੂੰ ਜਿਹੜਾ ਚਲਾ ਰਹੇ ਨੇ, ਇੰਡੀਅਨ ਸਟੇਟ ਨੂੰ ਕੌਣ ਚਲਾ ਰਿਹਾ ਹੈਗਾ? ਸੈਂਟਰ ਗਵਰਨਮੈਂਟ ਹੀ ਚਲਾਉਂਦੀ ਹੈ ਨਾ। ਸੂਬਾ ਸਰਕਾਰ ਦੇ ਕੋਲ ਤਾਂ ਕੁਛ ਰਾਈਟ ਨੇ। ਇਸ ਕਰਕੇ ਜਦੋਂ ਮੈਂ ਉਹੀ ਗੱਲ ਕਰਦਾਗਾ ਕਿ ਸੰਵਿਧਾਨ ਮੁਤਾਬਕ ਤਾਂ ਇਹ ਨਹੀਂ ਹੋਣਾ ਚਾਹੀਦਾ, ਪਰ ਜਦੋਂ ਤੁਸੀਂ ਪਰਵਾਹ ਹੀ ਨਹੀਂ ਕਰਨੀ, ਜਦੋਂ ਤੁਸੀਂ ਇੱਕ ਅਲਟੀਮੇਟ ਅਥਾਰਟੀ, ਜਿਵੇਂ ਕਿ ਸਵਾਲ ਇਹ ਉੱਠਦੇ ਨੇ ਪ੍ਰਧਾਨ ਮੰਤਰੀ ਮੋਦੀ ਤੇ ਕਿ ਉਹਨਾਂ ਦਾ ਤਾਨਾਸ਼ਾਹ ਰਵੱਈਆ ਹੈਗਾ। BJP ਇੱਕ ਤਾਨਾਸ਼ਾਹ ਰਵੱਈਏ ਨਾਲ ਗੱਲ ਕਰ ਰਹੀ ਹੈਗੀ। ਉਹ ਆਪਣੇ ਰੰਗ 'ਚ ਰੰਗਣਾ ਚਾਹੁੰਦੇ ਨੇ, ਉਹ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ, ਉਹ ਇਸ ਦੇਸ਼ ਨੂੰ ਇੱਕ ਇਸ ਤਰ੍ਹਾਂ ਦੀ ਸਟੇਟ ਬਣਾਉਣਾ ਚਾਹੁੰਦੇ ਨੇ ਜਿਹੜੀ ਉਹਨਾਂ ਨੂੰ ਲੱਗਦਾ ਗਾ ਕਿ ਐਂ ਹੋਵੇ। ਦੇਸ਼ ਦੇ ਅੰਦਰ ਵੱਖ-ਵੱਖ ਰਿਆਂ ਨੇ, ਉਹਨੂੰ ਲੈ ਕੇ ਦੇਸ਼ ਕੀ ਹੈਗਾ, ਸਮਾਜ ਕੀ ਹੈਗਾ, ਕਿਸ ਤਰੀਕੇ ਨਾਲ ਚੱਲਣਾ ਚਾਹੀਦਾ, ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਨਾਲ ਚੱਲਣਾ ਚਾਹੀਦਾ, ਦੇਸ਼ ਕਿਸ ਤਰੀਕੇ ਨਾਲ ਚੱਲਣਾ ਚਾਹੀਦਾ, ਉਹ ਸਾਰੀਆਂ ਗੱਲਾਂ ਦੀ ਪਰਵਾਹ ਉਹ ਨਾ ਕਰਕੇ ਆਪਣੇ ਮੁਤਾਬਕ ਕਰਦੇ ਨੇ। ਉਹਦੇ 'ਚ ਅਸੀਂ ਦੇਖਿਆ, ਚਾਹੇ ਉਹ ਧਾਰਾ 370 ਵਾਲਾ ਮਾਮਲਾ ਸੀ, ਚਾਹੇ ਉਹ ਯੂਟੀ ਨੂੰ ਜਿਹੜਾ ਜੰਮੂ ਕਸ਼ਮੀਰ ਨੂੰ ਇੱਕ ਯੂਟੀ ਸਟੇਟ ਬਣਾਉਣ ਦਾ ਮਸਲਾ ਸੀਗਾ। ਈਵਨ ਕਿ ਅਕਾਲੀ ਦਲ ਤੁਸੀਂ ਦੇਖ ਲਓ, ਅਕਾਲੀ ਦਲ ਅੰਦਰ ਬੈਠਾ ਰਿਹਾ, ਅਕਾਲੀ ਦਲ ਨੇ ਨਹੀਂ ਵਿਰੋਧ ਕੀਤਾ। ਹੁਣ ਅਕਾਲੀ ਦਲ BJP ਦੇ ਉੱਤੇ ਲਗਾਤਾਰ ਗੱਲਾਂ ਕਰਦਾ, ਪਰ ਸ਼੍ਰੋਮਣੀ ਅਕਾਲੀ ਦਲ ਵੀ ਤੁਸੀਂ ਦੇਖ ਲਓ, ਚਾਹੇ ਸੈਂਟਰ ਨੂੰ ਯੂਟੀ ਬਣਾਇਆ ਗਿਆ, ਕਸ਼ਮੀਰ ਨੂੰ ਯੂਟੀ ਬਣਾਇਆ ਗਿਆ, ਚਾਹੇ ਧਾਰਾ 370 ਦੀ ਗੱਲ ਆ, ਕਿਤੇ ਉਹਨਾਂ ਨੇ ਫੈਡਰਲ ਰਾਈਟ ਦੀ ਗੱਲ ਨਹੀਂ ਕੀਤੀ। ਹਾਲਾਂਕਿ ਫੈਡਰਲ ਰਾਈਟ ਦੀ ਲੜਾਈ 'ਚ ਸਭ ਤੋਂ ਮੋਹਰੀ ਜੇ ਕੋਈ ਪਾਰਟੀ ਸੀ ਇਸ ਦੇਸ਼ ਦੀ, ਉਹ ਸ਼੍ਰੋਮਣੀ ਅਕਾਲੀ ਦਲ ਸੀ। 1970 ਤੋਂ ਬਾਅਦ ਜੇ ਲੜਾਈ ਕਿਸੇ ਨੇ ਲੜੀ ਇਸ ਦੇਸ਼ ਦੇ ਅੰਦਰ ਫੈਡਰਲ ਰਾਈਟ ਦੀ, ਉਹ ਸ਼੍ਰੋਮਣੀ ਅਕਾਲੀ ਦਲ ਸੀ। ਪਰ ਉਹੀ ਸ਼੍ਰੋਮਣੀ ਅਕਾਲੀ ਦਲ ਲੜਾਈ ਛੱਡ ਕੇ ਇਹ ਹਾਲਾਤ ਬਣ ਜਾਂਦੇ ਨੇ ਕਿ ਉਹ ਪਾਰਲੀਮੈਂਟ ਦੇ ਅੰਦਰ ਬਹਿ ਕੇ ਬੋਲਦਾ ਤੱਕ ਨਹੀਂਗਾ। ਤੇ ਇਸੇ ਕਰਕੇ ਖਮਿਆਜ਼ੇ ਅਕਾਲੀ ਦਲ ਨੂੰ ਵੀ ਭੁਗਤਣੇ ਪੈ ਰਹੇ ਨੇ ਤੇ ਬਾਕੀਆਂ ਨੂੰ ਵੀ। ਤੇ ਹੁਣ ਕੇਜਰੀਵਾਲ ਸਰਕਾਰ ਦੇ ਕੋਲ ਕੋਈ ਰਾਈਟ ਨਹੀਂ ਰਹਿ ਗਿਆ ਕਿ ਉਹ ਕੋਈ ਵੀ ਫੈਸਲਾ ਲੈ ਸਕਦੀ ਹੈ। ਹਰ ਫੈਸਲੇ ਦੇ ਲਈ ਉਹਨਾਂ ਨੂੰ ਉਪ ਰਾਜਪਾਲ ਕੋਲ ਲੈ ਜਾਣਾ ਪਵੇਗਾ। ਇਸ ਕਰਕੇ ਫਾਈਲ ਤਾਂ ਪਹਿਲਾਂ ਵੀ ਚਲੀ ਜਾਂਦੀ ਸੀ ਜਾਂ ਹੋਰ ਬਹੁਤ ਸਾਰੀਆਂ ਰਿਆਂ ਚੱਲਦੀਆਂ ਸੀ, ਪਰ ਹੁਣ ਇਹ ਹੋ ਗਿਆ ਜਿਵੇਂ ਸਾਡੇ ਇੱਥੇ ਮਤਲਬ ਕੇਂਦਰ ਆਪਣੇ ਫੈਸਲੇ ਹੁਣ ਸਾਡੇ ਕੀ ਹੈ, ਜਿਹੜਾ ਰਾਜਪਾਲ ਆ ਉਹ ਰਬੜ ਸਟੈਂਪ ਦੀ ਤਰ੍ਹਾਂ ਹੁੰਦਾ, ਰਾਸ਼ਟਰਪਤੀ ਵੀ ਰਬੜ ਸਟੈਂਪ ਦੀ ਤਰ੍ਹਾਂ ਹੁੰਦਾ। ਰਾਸ਼ਟਰਪਤੀ ਕੋਲੇ ਅਗਰ ਕੋਈ ਸਰਕਾਰ ਭੇਜੇਗੀ, ਰਾਸ਼ਟਰਪਤੀ ਇੱਕ ਵਾਰ ਮੋੜ ਸਕਦਾ, ਦੂਜੀ ਵਾਰ ਮੋੜ ਸਕਦਾ, ਤੀਜੀ ਵਾਰ ਨਹੀਂ ਮੋੜ ਸਕਦਾ। ਯਾਨੀ
ਬੀਪੀ ਬਦਨੌਰ ਪੰਜਾਬ ਦੇ ਗਵਰਨਰ ਨੇ, ਅਗਰ ਕੈਪਟਨ ਇੱਕ ਵਾਰ ਕੋਈ ਚੀਜ਼ ਭੇਜ ਦਿਆ, ਗਵਰਨਰ ਇੱਕ ਵਾਰ ਉਹਨੂੰ ਮੋੜ ਸਕਦੇ ਆ, ਦੂਜੀ ਵਾਰ ਭੇਜ ਦਿਆ, ਦੂਜੀ ਵਾਰ ਮੋੜ ਦੇਣਗੇ, ਤੀਜੀ ਵਾਰ ਨਹੀਂ ਮੋੜ ਸਕਦੇ। ਯਾਨੀ ਰਾਸ਼ਟਰਪਤੀ ਤੇ ਰਾਜਪਾਲ ਰਬੜ ਸਟੈਂਪ ਨੇ। ਪਰ ਹੁਣ ਕੇਜਰੀਵਾਲ ਨੂੰ ਰਬੜ ਸਟੈਂਪ ਬਣਾ ਦਿੱਤਾ ਜਾਏਗਾ। ਕੇਜਰੀਵਾਲ ਰਬੜ ਸਟੈਂਪ ਬਣ ਜਾਏਗਾ। ਕੇਜਰੀਵਾਲ ਕੋਈ ਵੀ ਫੈਸਲਾ ਲੈਣਗੇ ਕਿ ਮੈਂ ਆਹ ਕਰਨਾ ਦਿੱਲੀ 'ਚ, ਉਹ ਜੇ ਯਾਨੀ ਮੋਦੀ ਨਹੀਂ ਚਾਹਣਗੇ, ਸੈਂਟਰ ਗਵਰਨਮੈਂਟ ਨਹੀਂ ਚਾਹੇਗੀ, ਉਹ ਹੋਏਗਾ ਨਹੀਂ। ਉਹ ਇਕੱਲੇ ਐਲਜੀ ਦਾ ਮਸਲਾ ਨਹੀਂ, ਐਲਜੀ ਤੇ ਉੱਥੇ ਇੱਕ ਅਹੁਦਾ ਹੈਗਾ, ਉਹ ਸੈਂਟਰ ਗਵਰਨਮੈਂਟ ਜੋ ਚਾਹੇਗੀ ਉਹੀ ਹੋਏਗਾ, ਮੋਦੀ ਜੋ ਚਾਹਣਗੇ ਉਹੀ ਹੋਊਗਾ। ਤਾਂ ਇਸ ਕਰਕੇ ਕੇਜਰੀਵਾਲ ਬਣ ਗਏ ਰਬੜ ਸਟੈਂਪ ਤੇ ਪਾਵਰ ਆ ਗਈ ਐਲਜੀ ਕੋਲੇ, ਯਾਨੀ ਰਾਜਪਾਲ ਦੇ ਕੋਲੇ ਜੇ ਕਹਿਣਾ ਹੋਵੇ। ਉੱਥੇ ਲੈਫਟੀਨੈਂਟ ਜਨਰਲ ਕਹਿੰਦੇ ਨੇ, ਆਪਣੇ ਇੱਥੇ ਗਵਰਨਰ ਕਹਿ ਦਿੰਦੇ ਨੇ। ਤੇ ਇਸ ਕਰਕੇ ਰਾਜਪਾਲ ਰਬੜ ਸਟੈਂਪ ਹੁੰਦਾ, ਨਾ ਕਿ ਮੁੱਖ ਮੰਤਰੀ ਰਬੜ ਸਟੈਂਪ ਹੁੰਦਾ। ਹੁਣ ਮੁੱਖ ਮੰਤਰੀ ਰਬੜ ਸਟੈਂਪ ਹੋ ਜਾਏਗਾ, ਰਾਜਪਾਲ ਪਾਵਰਫੁਲ ਹੋ ਜਾਏਗਾ। ਹਾਲਾਂਕਿ ਕੇਜਰੀਵਾਲ ਸਰਕਾਰ ਦੇ ਵੱਲੋਂ, ਕੇਂਦਰ ਦਿੱਲੀ ਦੀ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਉਣਗੇ ਇਸ ਦੇ। ਹਾਂ, ਸੁਪਰੀਮ ਕੋਰਟ ਦੇ ਅੰਦਰ ਪਹਿਲਾਂ ਵੀ ਗਏ ਨੇ ਉਹ। ਹਾਲਾਂਕਿ ਹਾਈ ਕੋਰਟ ਦੇ ਜਿਹੜੇ ਫੈਸਲੇ, ਜਿੰਨੇ ਫੈਸਲੇ, ਉਹ ਕੇਜਰੀਵਾਲ ਸਰਕਾਰ ਦੇ ਪੱਖ 'ਚ ਨੇ। ਜਿੱਥੇ ਜਿੱਥੇ ਉਹਨਾਂ ਨੇ ਇਸ ਮਸਲੇ 'ਚ ਚੁਣੌਤੀ ਦਿੱਤੀ ਹੈ, ਉਹ ਸਾਰੇ ਫੈਸਲੇ ਉਹਨਾਂ ਦੇ ਪੱਖ 'ਚ ਨੇ। ਪਰ ਉਹਦੇ ਬਾਵਜੂਦ ਵੀ ਹੁਣ ਕੋਰਟ ਵੀ ਤਾਂ ਇੱਕ ਹੱਦ ਤੱਕ ਹੀ ਇੰਟਰਵੈਂਸ਼ਨ ਕਰਦਾ ਕਿਸੇ ਮਸਲੇ ਦੇ ਅੰਦਰ। ਕੱਲ੍ਹ ਨੂੰ ਅਗਲੇ ਜਿਹੜੀ ਜਲ ਪਾਰਲੀਮੈਂਟ 'ਚ ਪਾਸ ਹੋਈ ਹੁੰਦੀ ਹੈ, ਇੱਕ ਵਾਰ ਮੰਨ ਲਓ ਕੋਰਟ ਰੱਦ ਵੀ ਕਰਦੇ, ਪਾਰਲੀਮੈਂਟ 'ਚ ਫਿਰ ਲਿਆਉਣਗੇ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਹਾਲਾਂਕਿ ਜੇ ਕੋਰਟ ਸਖਤ ਹੋ ਜੇ, ਸੁਪਰੀਮ ਕੋਰਟ ਤੋਂ ਉੱਪਰ ਸਾਡੇ ਦੇਸ਼ 'ਚ ਕੁਛ ਨਹੀਂ ਹੈ ਜੇ ਸੁਪਰੀਮ ਕੋਰਟ ਸਟੈਂਡ ਲੈ ਜੇ। ਪਰ ਕਈ ਵਾਰ ਹੁਣ ਪਾਣੀਆਂ ਦਾ ਮਸਲਾ ਪੰਜਾਬ ਦਿਆਂ ਦਾ ਕਿੰਨਾ ਚਿਰ ਹੋ ਗਿਆ ਚੱਲਦੇ ਨੂੰ। ਬਹੁਤ ਸਾਰੇ ਰਾਜਾਂ ਤੇ ਸੈਂਟਰ ਦੇ ਮਸਲੇ ਚੱਲ ਰਹੇ ਨੇ, ਜਾਂ ਰਾਜਾਂ ਦੇ ਆਪਸ 'ਚ ਮਸਲੇ ਚੱਲ ਰਹੇ ਨੇ, ਉਹਨਾਂ ਨੂੰ 30-30 40-40 ਸਾਲ ਹੋ ਗਏ ਕੋਰਟਾਂ 'ਚ ਹੀ ਘੁੰਮਦਿਆਂ ਨੂੰ। SYL ਦਾ ਮਸਲਾ ਕਦੋਂ ਦਾ ਸੈਂਟਰ ਉਹ 'ਚ। ਪੰਜਾਬ ਦੇ ਕਿੰਨੇ ਮਸਲੇ ਨੇ ਜਿਹੜੇ ਸੈਂਟਰ 'ਚ 30-30 40-40 ਸਾਲਾਂ ਦੇ ਪੈਂਡਿੰਗ ਪਏ ਨੇ। ਇਸ ਕਰਕੇ ਕੋਰਟ ਵੀ ਉਹਨੂੰ ਕਿਵੇਂ ਲੈਂਦਾ ਗਿਆ ਇਹ ਮਸਲਾ। ਜੇ ਤਾਂ ਕੋਰਟ ਵਾਕਈ ਕਹੇ ਕਿ ਹਾਂ ਅਸੀਂ ਸੰਵਿਧਾਨ ਦੀ, ਕਿਉਂਕਿ ਸੰਵਿਧਾਨ ਦੀ ਵਿਆਖਿਆ ਵੀ ਸੁਪਰੀਮ ਕੋਰਟ ਹੀ ਕਰ ਸਕਦੀ ਹੈ। ਸੰਵਿਧਾਨ ਦੀ ਜਦੋਂ ਹੁੰਦਾ ਨਾ, ਸੰਵਿਧਾਨ ਤਾਂ ਬਣ ਗਿਆ, ਸੰਵਿਧਾਨ ਦੀ ਵਿਆਖਿਆ ਕਿਵੇਂ? ਸੰਵਿਧਾਨ ਦੀ ਇੱਕ ਵਿਆਖਿਆ ਤੁਸੀਂ ਕਰ ਦੋਗੇ, ਇੱਕ ਵਿਆਖਿਆ ਮੈਂ ਕਰ ਦੂੰਗਾ, ਇੱਕ ਮੇਰੇ ਮੁਤਾਬਕ, ਇੱਕ ਤੁਹਾਡੇ ਮੁਤਾਬਕ ਹੋ। ਪਰ ਅਲਟੀਮੇਟ ਜਿਹੜੀ ਵਿਆਖਿਆ ਉਹ ਸੁਪਰੀਮ ਕੋਰਟ ਦੀ ਮੰਨੀ ਜਾਂਦੀ ਹੈ। ਸੁਪਰੀਮ ਕੋਰਟ ਸੰਵਿਧਾਨ ਦੀ ਵਿਆਖਿਆ ਕਰ ਸਕਦੀ ਹੈ। ਤਾਂ ਸੁਪਰੀਮ ਕੋਰਟ ਦੇਖਦੇ ਹਾਂ ਹੁਣ ਕੀ ਕਰੇਗੀ। ਕੋਰਟ ਤੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ, ਕੋਰਟ ਨੇ ਕਰਨਾ, ਕੋਰਟ ਜਦੋਂ ਜਾਣਗੇ। ਪਰ ਜੋ ਕੇਂਦਰ ਸਰਕਾਰ ਨੇ ਕੀਤਾ ਉਹ ਠੀਕ ਫੈਸਲਾ ਨਹੀਂ ਹੈ। ਉਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹਮਲਾ, ਉਹ ਫੈਡਰਲ ਸਟਰਕਚਰ ਦੀ ਉਲੰਘਣਾ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੀ ਇਹ ਪਾਸ ਹੋਇਆ, ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਇਹ ਲਾਗੂ ਹੋਇਆ। ਕਿ ਕੀ ਉੱਥੇ ਜਦੋਂ ਮਤਲਬ ਜਿਹੜੇ ਮੈਜੋਰਿਟੀ ਦੇ ਵਿੱਚ ਹੀ ਲੋਕਾਂ ਨੇ ਇਹਨੂੰ ਪਾਸ ਕੀਤਾ ਤਾਂ ਹੀ ਪਾਸ ਹੋ ਕੇ ਅੱਗੇ ਪਹੁੰਚਦਾ ਪੂਰਾ? ਨਹੀਂ, ਪਾਸ ਹੋ ਕੇ ਤਾਂ ਮੈਂ ਉਹੀ ਗੱਲ ਕਰ ਰਿਹਾ ਹਾਂ, ਜਦੋਂ ਮੈਜੋਰਿਟੀ ਹੈ ਉਹਨਾਂ ਦੀ, ਅਲਟੀਮੇਟ ਮੈਜੋਰਿਟੀ ਤਾਂ ਉਹਨਾਂ ਕੋਲ ਆ ਗਈ। ਰਾਜ ਸਭਾ ਦੇ ਅੰਦਰ ਆਪਾਂ ਦੇਖਦੇ ਹਾਂ ਬਹੁਤ ਸਾਰੇ ਬੀਜੇਪੀ ਦੇ, ਕਿਉਂਕਿ ਸਰਕਾਰ ਨਹੀਂ, ਬਹੁਤ ਸਾਰੀ ਇਹ ਸਰਕਾਰ ਮੈਜੋਰਿਟੀ ਨਾਲ ਜਿੱਤੀ ਹੋਈ ਸਰਕਾਰ ਆ। ਇਹਨਾਂ ਨੂੰ ਇਸ ਗੱਲ 'ਚ ਤਾਂ ਕੋਈ ਸਮੱਸਿਆ ਹੀ ਨਹੀਂ ਹੈਗੀ। ਤਾਂ ਹੀ ਤਾਂ ਮੈਂ ਕਹਿੰਦਾ ਵੀ ਕਿਹੜਾ ਕਾਨੂੰਨ ਬਣਾਉਣਾ, ਕਿਹੜਾ ਨਹੀਂ ਬਣਾਉਣਾ, ਤਾਂ ਉਹਨਾਂ ਦੇ ਹੱਥ ਹੈਗਾ। ਇਸ ਕਰਕੇ ਉਹ ਕਿਸੇ ਵੀ ਰਾਜ ਦੇ ਅੰਦਰ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋਗੇ ਕਿ ਰਾਜਾਂ 'ਚ ਕਰ ਸਕਦੇ ਨੇ, ਕਰਨਾ ਕਿਸ ਗੱਲ ਦੇ ਨਾਲ ਆ? ਵੋਟਾਂ ਦੇ ਨਾਲ। ਵੋਟਾਂ ਕਿਹਦੀਆਂ ਨੇ? MPs ਦੀਆਂ ਨੇ। MP ਕਿਹਦੇ ਨੇ? BJP ਦੇ ਨੇ। ਇਸ ਕਰਕੇ ਉਹ ਫਿਰ ਜਿਹੜਾ ਵੀ ਉਹਨਾਂ ਨੂੰ ਜੀ ਕਰਦਾ ਗਾ ਉਹ ਧੱਕਾ ਕਰ ਰਹੇ ਨੇ। ਪਰ ਇਹ ਗਲਤ ਗੱਲ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਔਰ ਸੈਂਟਰ ਗਵਰਨਮੈਂਟ ਨੂੰ ਜਦੋਂ ਜੇ ਮੋਦੀ ਕਹਿੰਦੇ ਨੇ ਕੋਆਪਰੇਟਿਵ ਫੈਡਰਲਿਜ਼ਮ, ਤਾਂ ਉਹਨਾਂ ਨੂੰ ਉਹ ਗੱਲਾਂ ਦੇ ਉੱਤੇ ਖਰਾ ਵੀ ਉਤਰਨਾ ਚਾਹੀਦਾ। ਟਕਰਾਅ ਹੁੰਦੇ ਨੇ, ਪਾਰਟੀਆਂ ਹੁੰਦੀਆਂ। ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣ ਜਾਂਦੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਉਦੋਂ ਕਿਸੇ ਪਾਰਟੀ ਦੇ ਨਹੀਂ। ਉਦੋਂ BJP ਦੇ ਪ੍ਰਧਾਨ ਮੰਤਰੀ ਨਹੀਂ ਤੁਸੀਂ, ਉਦੋਂ ਤੁਸੀਂ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਵੀ ਹੋ, ਉਦੋਂ ਤੁਸੀਂ ਕੈਪਟਨ ਦੇ ਪ੍ਰਧਾਨ ਮੰਤਰੀ ਵੀ ਹੋ, ਉਦੋਂ ਠਾਕਰੇ ਦੇ ਪ੍ਰਧਾਨ ਮੰਤਰੀ ਹੋ, ਤੁਸੀਂ ਮਮਤਾ ਬੈਨਰਜੀ ਦੇ ਵੀ ਹੋ। ਤਾਂ ਉਸ ਗੱਲ ਨੂੰ ਬਹੁਤ ਸਹੀ ਤਰੀਕੇ ਦੇ ਨਾਲ ਕਰਨਾ ਚਾਹੀਦਾ। ਤੁਸੀਂ BJP ਦੇ ਇਸ ਏਜੰਡੇ ਨੂੰ ਕਿਵੇਂ ਦੇਖਦੇ ਹੋ? ਫਿਰ ਕੀ ਕਰਨਾ ਕੀ ਚਾਹੁੰਦੀ ਹੈ ਅਸਲ ਦੇ ਵਿੱਚ? ਦੇਖੋ, BJP ਤਾਂ ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਹੀ ਹੈ, ਜਾਂ BJP ਦਾ ਜੋ ਵੀ ਏਜੰਡਾ ਹੈਗਾ, ਜੋ BJP ਦੇ ਬਾਰੇ ਬਹੁਤ ਸਾਰੇ ਲੋਕ ਕਹਿੰਦੇ ਹੈਗੇ ਕਿ ਇਹ ਇੱਕ ਦੇਸ਼ ਨੂੰ ਇੱਕੋ ਰੰਗ 'ਚ ਰੰਗਣਾ ਚਾਹੁੰਦੇ ਨੇ, ਦੇਸ਼ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਨੇ, ਹਿੰਦੂ ਰਾਸ਼ਟਰ ਬਣਾਉਣ ਦਾ ਇਲਜ਼ਾਮ ਲੱਗਦਾ, ਹੋਰ ਤਮਾਮ ਇਲਜ਼ਾਮ ਲੱਗਦੇ ਨੇ। ਤਾਂ ਆਪਣੇ ਤਰੀਕੇ ਦੇ ਨਾਲ BJP ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਹੀ ਹੈਗੀ, ਉਹਦੇ 'ਚੋਂ ਬਹੁਤ ਸਾਰੀਆਂ ਗੱਲਾਂ ਸਾਫ਼ ਨੇ। ਉਹ 'ਚੋਂ ਬਹੁਤ ਸਾਰੀਆਂ ਗੱਲਾਂ ਲੁਕਵੇਂ ਰੂਪ 'ਚ ਆਉਂਦੀਆਂ ਨੇ। ਕਦੇ ਇੱਕ ਦੇਸ਼ ਇੱਕ ਭਾਸ਼ਾ ਕਿਹਾ ਜਾਂਦਾ, ਇੱਕ ਦੇਸ਼ ਇੱਕ ਵੈਕਸੀਨ, ਇੱਕ ਦੇਸ਼ ਇੱਕ ਦੇਸ਼ ਇੱਕ ਦੇਸ਼, ਮਤਲਬ ਕੋਈ 10 ਚੀਜ਼ਾਂ ਹੋਣਗੀਆਂ ਜਿਹੜੀਆਂ ਦਾਅਵੇ ਕਰਦੇ ਆ ਕਿ ਅਸੀਂ ਪੂਰਾ ਰਾਸ਼ਟਰ ਇੱਕ ਉਹਨੂੰ ਮੰਨਦੇ ਆ, ਸਾਰੇ ਲੋਕਾਂ ਨੂੰ ਬਰਾਬਰ ਮੰਨਦੇ ਹੋ। ਤਾਂ ਦੇਖੋ, ਪੋਲੀਟੀਕਲ ਪਾਰਟੀਆਂ ਨੇ ਕਹਿਣਾ ਹੀ ਹੁੰਦਾਗਾ। ਤਾਂ ਪਰ ਪ੍ਰੈਕਟਿਸ ਦੇ ਅੰਦਰ ਇਹ ਚੀਜ਼ ਨਜ਼ਰ ਆ ਰਹੀ ਹੈ ਜਿਹੜੀ ਕਿ ਦੇਸ਼ ਲਈ ਕੋਈ ਵਧੀਆ ਨਹੀਂ ਆ। ਦੇਸ਼ ਦੇ ਅੰਦਰ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ। ਕਨਸਟੀਟਿਊਸ਼ਨ ਨੂੰ ਦੇਸ਼ ਦੀ ਆਤਮਾ ਮੰਨਿਆ ਜਾਂਦਾ। ਸੰਵਿਧਾਨ ਦੇਸ਼ ਦੀ ਆਤਮਾ ਹੁੰਦਾ ਹੈ। ਸੰਵਿਧਾਨ ਇਹ ਨਹੀਂਗਾ ਕਿ ਸੱਤਾ ਹੀ ਸੰਵਿਧਾਨ ਹੈ। ਇਹ ਨਹੀਂ ਕਿ ਮੋਦੀ ਹੀ ਸੰਵਿਧਾਨ ਨੇ, ਜਾਂ ਇੰਦਰਾ ਹੀ ਸੰਵਿਧਾਨ ਆ, ਜਾਂ ਨਹਿਰੂ ਹੀ ਸੰਵਿਧਾਨ ਹੈ, ਮਨਮੋਹਨ ਹੀ ਸੰਵਿਧਾਨ ਹੈ। ਸੰਵਿਧਾਨ ਹੈ। ਸੰਵਿਧਾਨ ਨੂੰ ਆਪਣੇ ਮੁਤਾਬਕ ਨਹੀਂ ਚਲਾਉਣਾ, ਤੁਸੀਂ ਸੰਵਿਧਾਨ ਮੁਤਾਬਕ ਚੱਲਣਾ।
ਚਾਹੇ ਸਰਕਾਰ ਕੋਈ ਵੀ ਹੋਵੇ, ਕਿਉਂਕਿ ਸੰਵਿਧਾਨ ਪੂਰੇ ਦੇਸ਼ ਤੇ ਲਾਗੂ ਹੁੰਦਾ, ਜਿਹੜੀ ਮਰਜ਼ੀ ਸਰਕਾਰ ਆਵੇ ਉਹਨੂੰ ਮੰਨਣਾ ਪੈਂਦਾ ਹੈ। ਹਾਲਾਂਕਿ ਇਹ ਜਿਹੜਾ ਬਿਲਕੁਲ ਉਲਟ ਆ ਤੇ ਇਹਦੇ ਖਿਲਾਫ ਕੁਝ ਨਹੀਂ ਹੋ ਸਕਦਾ ਕਿਸੇ ਸਰਕਾਰ ਦੇ ਖਿਲਾਫ ਜੇ ਸੰਵਿਧਾਨ ਦੀ ਉਲੰਘਣਾ ਕਰਦੇ। ਡੈਮੋਕ੍ਰੇਸੀ ਦੇ ਅੰਦਰ ਇੱਕ ਹੁੰਦਾ ਪ੍ਰੋਟੈਸਟ, ਜਿਹੜੀ ਮੈਂ ਮੂਵਮੈਂਟ ਦੀ ਗੱਲ ਕਰ ਰਿਹਾਗਾ, ਜਿਹੜੇ ਸੋਸ਼ਲ ਪ੍ਰੋਟੈਸਟ ਤੁਸੀਂ ਪੋਲੀਟੀਕਲ ਪ੍ਰੋਟੈਸਟ ਕਰਦੇ ਹੋਗੇ, ਕਿ ਪੂਰੇ ਦੇਸ਼ ਦੇ ਅੰਦਰ ਕੀ ਇਸ ਤਰ੍ਹਾਂ ਦਾ ਬਣ ਸਕਦਾ ਜਿਹੜਾ 70 ਚ ਬਣਿਆ ਸੀ ਕਿ ਸਾਰੇ ਸੂਬੇ ਉੱਠ ਕੇ ਆਪਣੇ ਅਧਿਕਾਰਾਂ ਲਈ ਖੜੇ ਹੋ ਜਾਣ? ਕੀ ਹੋ ਸਕਦਾਗਾ? ਇਹ ਹੁਣ ਦੇਖਣਾ ਪਏਗਾ ਕਿ ਪੋਲੀਟੀਕਲ ਇਹ ਸਹਿਮਤੀ ਬਣ ਸਕਦੀ ਹੈਗੀ ਉਮਰ ਅਬਦੁੱਲਾ ਤੋਂ ਲੈ ਕੇ ਸੁਖਬੀਰ ਬਾਦਲ ਤੱਕ, ਗਹਿਲੋਤ ਤੋਂ ਲੈ ਕੇ ਉਦੋਂ ਠਾਕਰੇ ਤੱਕ, ਪਾਰਟੀਆਂ ਦਾ ਇਕੱਠੇ ਹੋਣਾ, ਕਿ ਆਪਦੀਆਂ ਕਿਉਂ ਰੀਜਨਲ ਫੋਰਸਿਸ ਜਿਹੜੀਆਂ ਖੇਤਰੀ ਪਾਰਟੀਆਂ ਨੇ, ਜਿਹੜੇ ਰਾਜਾਂ ਵਾਲੀਆਂ ਉਹ ਪਾਰਟੀਆਂ ਨੇ, ਕਿਉਂ ਇੱਕ ਫਰੰਟ ਤੇ ਇਕੱਠੀਆਂ ਹੋ ਸਕਦੀਆਂ ਨੇ? ਉਹ ਲੜਾਈ ਲੜ ਸਕਦੀਆਂ ਨੇ, ਇਕੱਠੀਆਂ ਹੀ ਨਹੀਂ ਹੋਣਾ। ਕੀ ਲੜਾਈ ਲੜ ਸਕਦੀਆਂ ਨੇ? ਲੜਾਈ ਲੜਨ ਦਾ ਮਤਲਬ ਜ਼ਮੀਨ ਦੀ ਲੜਾਈ, ਕਿ ਜ਼ਮੀਨ ਦੇ ਉੱਤੇ ਤੁਸੀਂ ਸੰਘਰਸ਼ ਕਰ ਸਕਦੇ ਹੋ। ਜਿਵੇਂ ਕਿਸਾਨ ਬੈਠੇ ਨੇ ਉੱਥੇ ਦਿੱਲੀ 6 ਮਹੀਨਿਆਂ ਦੇ ਤੁਸੀਂ ਬੈਠ ਸਕਦੇ ਹੋ। ਸਾਡੇ ਤੇ ਏਸੀ ਕਲਾਸ ਵਾਲੇ ਆ ਕੇ ਸਾਰੇ ਲੀਡਰ, ਕਿਹੜੀ ਪਾਰਟੀ ਦੇ ਆ, ਏਸੀ ਕਮਰਿਆਂ ਤੋਂ ਬਿਨਾਂ ਉਹਨਾਂ ਦੀ ਮਤਲਬ ਉਹਨਾਂ ਨੂੰ ਲੱਗਦਾ ਸੀ ਸਰਵਾਈਵ ਨਹੀਂ ਕਰਾਂਗੇ। ਗੱਡੀ 'ਚ ਉਤਰਦੇ ਆ ਏਸੀ ਕਮਰੇ 'ਚੋਂ ਨਿਕਲੇ ਤੇ ਗੱਡੀ 'ਚ ਏਸੀ ਗੱਡੀ 'ਚ। ਕੀ ਉਹ ਸੰਘਰਸ਼ ਕਰਨ ਦਾ ਮਾਦਾ ਹੈ? ਨਜ਼ਰ ਤਾਂ ਕਿਤੇ ਨਹੀਂ ਆਉਂਦਾ। ਜੇ ਉਹ ਮਾਦਾ ਹੋਊਗਾ, ਦੋ ਹੀ ਤਰੀਕੇ ਨੇ ਇਸ ਗੱਲ ਨੂੰ, ਜਿਹੜੀ ਤੁਸੀਂ ਕਹਿੰਦੇ, ਇੱਕ ਤਾਂ ਕਾਨੂੰਨੀ ਰਾਹ ਹੈਗਾ, ਦੂਸਰਾ ਰਾਹ ਲੋਕਤੰਤਰ ਤੁਹਾਨੂੰ ਦਿੰਦਾ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ। ਪ੍ਰੋਟੈਸਟ ਕਰ ਸਕਦੇ ਹੋ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ। ਜੋ ਮੂਵਮੈਂਟ ਬਣ ਜਾਂਦੀ ਹੈ ਉਹ ਵੀ ਇੱਕ ਵੱਡਾ ਅਸਰ ਇਸ ਗੱਲ ਦੇ ਉੱਤੇ ਪਾ ਸਕਦੀ ਹੈ। ਉਹਦੀਆਂ ਸੰਭਾਵਨਾਵਾਂ ਫਿਲਹਾਲ ਤੇ ਨਜ਼ਰ ਨਹੀਂ ਆਉਂਦੀਆਂ। ਫਿਲਹਾਲ ਨਜ਼ਰ ਨਹੀਂ ਆਉਂਦਾਗਾ ਕਿ ਦੇਸ਼ ਦੇ ਅੰਦਰ 70s ਮੰਗੂ ਕਿ ਹਾਂ ਪ੍ਰਕਾਸ਼ ਸਿੰਘ ਬਾਦਲ ਅੱਗੇ ਲੱਗੇ ਹੋਏ ਸੀਗੇ, ਬਾਕੀ ਨਾਲ ਸੀ ਬਹੁਤ ਸਾਰੇ ਲੀਡਰ, ਕਰੁਣਾਨਿਧੀ ਤੋਂ ਲੈ ਕੇ ਤਮਾਮ ਜਿਹੜੇ ਰਾਜਾਂ ਦੀ ਅਧਿਕਾਰਾਂ ਦੀ ਲੜਾਈ ਤੇ ਗੱਲ ਕਰ ਰਹੇ ਸੀ, ਕਿ ਉਹ ਲੀਡਰ ਹੁਣ ਉਹਨਾਂ ਦੀ ਨਵੀਂ ਪੀੜ੍ਹੀਆਂ ਆ ਕੇ ਗੱਲ ਕਰ ਲੈਣੀ ਹੈ, ਕਿ ਉਹ ਲੜਾਈ ਲੜ ਲੈਣਗੇ। ਕਿਤੇ ਨਜ਼ਰ ਤਾਂ ਨਹੀਂ ਆਉਂਦੀ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਉਹ ਵੀ ਮਾਹੌਲ ਬਣੇ। ਜੀ, ਤਾਂ ਤੁਸੀਂ ਸੁਣਿਆ ਕਿ ਦਿੱਲੀ ਦੇ ਵਿੱਚ ਹੁਣ ਉਪ ਰਾਜਪਾਲ ਲਈ ਪੂਰੇ ਤੌਰ ਤੇ ਸਰਕਾਰ ਬਣਾ ਦਿੱਤਾ ਗਿਆ ਹੈ। ਪੂਰੀ ਕਮਾਨ ਜਿਹੜੀ ਹੈ ਰਾਜਪਾਲ ਦੇ ਹੱਥ ਵਿੱਚ ਚਲੀ ਗਈ ਹੈ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਵੱਲੋਂ ਦਿੱਲੀ ਦੀ ਸਰਕਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਾਵੇਗੀ। ਤੇ ਜਿਵੇਂ ਕਿ ਯਾਦਵਿੰਦਰ ਹੋਣਾ ਨੇ ਦੱਸਿਆ ਕਿ ਜੇਕਰ ਪਾਰਟੀਆਂ ਇਕੱਠੇ ਹੋ ਕੇ ਇਸ ਦੇ ਖਿਲਾਫ ਲੜਾਈ ਲੜਨਗੀਆਂ ਤਾਂ ਇਸ ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਤੇ ਸੁਪਰੀਮ ਕੋਰਟ ਇਸ ਦੇ ਕੀ ਫੈਸਲਾ ਸੁਣਾਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।